ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਢਾਂਚਾ ਭੰਗ ਕੀਤਾ। ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ। ਇਹ ਪਾਰਟੀ ਵੱਲੋਂ ਇਹ ਜਦੋਂ ਸਰਗਰਮੀਆਂ ਸ਼ੁਰੂ ਹੋਈਆਂ ਤਾਂ ਫਿਰ ਸਵਾਲ ਬਾਹਰੋਂ ਉੱਠਣੇ ਸ਼ੁਰੂ ਹੋ ਕੇ ਤਾਂ ਅੰਦਰੋਂ ਵੀ ਆਵਾਜ਼ਾਂ ਤੇਜ਼ ਹੋਣੀਆਂ ਸ਼ੁਰੂ ਹੋ ਗਈਆਂ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਨੁਸ਼ਾਸਨੀ ਕਮੇਟੀ ਬਣਾਈ ਹੈ। 5 ਮੈਂਬਰ ਉਸ ਕਮੇਟੀ ਵਿੱਚ ਲਏ ਗਏ ਹੈ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਤੇ ਦੂਜੇ ਪਾਸੇ बैठक हो रही ਜਿਹੜੀਆਂ ਬਾਗੀ ਸੁਰਾਂ ਵਾਲੀਆਂ बैठक। हालांकि ਕਹਿੰਦੇ ਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਭ ਕੁਝ ਕਰ ਰਹੇ ਆ, ਸਾਰੇ ਐਂ ਕਹਿੰਦੇ ਹੁੰਦੇ ਆ। 2 ਤੋਂ ਲੈ ਕੇ 4 बैठक ਹੋ ਚੁੱਕੀਆਂ ਨੇ। ਇਹਦਾ ਵੇਰਵਾ ਅਕਾਲੀ ਦਲ ਖੁਦ ਦੱਸੇਗਾ ਕਿ ਕਿੱਥੇ ਕਿੱਥੇ बैठक ਹੋਈਆਂ। ਅਨੁਸ਼ਾਸਨੀ ਕਮੇਟੀ ਕਿਉਂ ਬਣਾਉਣੀ ਪਈ? ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਕੀ ਅਨੁਸ਼ਾਸਨੀ ਕਮੇਟੀ ਦੀ ਲੋੜ ਰਹਿੰਦੀ ਹੈ? ਸਵਾਲ ਇਹ ਬੜਾ ਮਹੱਤਵਪੂਰਨ ਹੈਗਾ। ਅਨੁਸ਼ਾਸਨੀ ਕਮੇਟੀ ਬਣਾਈ ਕਿਉਂ ਗਈ? ਇਹ ਐਕਸ਼ਨ ਲਵੇਗੀ ਕਿ ਸਾਰੇ ਸਵਾਲ ਹੋਣਗੇ ਤੇ ਵੱਡਾ ਇੱਕੋ ਹੀ ਹੋਵੇਗਾ, ਕਿਹੜੇ ਚੱਕਰ ਵਿੱਚ ਫਸਿਆ ਅਕਾਲੀ ਦਲ। बड़ा सवाल इस डिबेट के असीं पुछांगे, जथेबंदक ढांचा भंग करन तो बाद श्रोमणी अकाली दल नूं अनुशासनी कमेटी की लोड़ क्यों पई? इस सवाल ते बहस होगी। जिहड़ा पैनल साडे नाल आउणा तुहाडा तारुफ कराउने आ ते उस तो बाद डिबेट ओपन कर देवांगे। मालवीर सिंह माली पोलीटिकल कमेंटेटर ने। माली साहब दीआं अक्सर सोशल मीडिया ते बहुत टिप्पणियां तुसीं देखते रहंदे हो ते मैनूं इह कहण विच कोई गरेज नहीं हैगा कि इस वक्त जे सोशल मीडिया ते सब तो ज़्यादा टिप्पणियां करने वाला कोई शख्स हैगा तो मालवीर सिंह माली है। बाकी तफसील इन्हां दी तुहानूं पता होगी। मालवीर सिंह माली पोलीटिकल कमेंटेटर ने। माली साहब तुहाडा बहुत स्वागत है सर। सुखदीप सिंह सुकार श्रोमणी अकाली दल के स्पोक्सपर्सन है, यूथ अकाली दल नाल संबंध रखते हैं। सुखदीप सिंह सुकार तुहाडा बहुत स्वागत है। मैनूं लगदा फ्रीज होए पे ते अकाली दल विच ਜਿਹੜੇ ਦਿੱਕਤਾਂ ਹੈਗੀਆਂ, ਟੈਨਸ਼ਨ ਹੈਗੀ, ਉਹ ਸਵਾਲ ਇਹਨਾਂ ਨੂੰ ਹੋਣੇ ਆ। ਸੁਖਦੀਪ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਨਰਿੰਦਰ ਸਿੰਘ ਸੰਧੂ ਕਾਂਗਰਸ ਸਪੋਕਸਪਰਸਨ ਹੈ, ਬਹੁਤ ਦੇਰ ਬਾਅਦ ਇਹ ਡਿਬੇਟ ਵਿੱਚ ਬੈਠ ਰਹੇ ਆ ਤੇ ਉਮੀਦ ਕਰਦੇ ਆ ਕਿ ਹੁਣ ਇਹਨਾਂ ਦੀ ਸਿਹਤ ਠੀਕ ਹੋਵੇਗੀ ਤੇ ਨਰਿੰਦਰ ਸਿੰਘ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਗੁਰਦੀਪ ਸਿੰਘ ਗੋਸ਼ਾ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ ਤੇ ਪੁਰਾਣੇ ਅਕਾਲੀ ਹੈ। ਗੋਸ਼ਾ ਸਾਹਿਬ ਨੂੰ ਇਸ ਕਰਕੇ ਇਹਨਾਂ ਦੀ ਪਾਰਟੀ ਨੇ ਭੇਜਿਆ ਕਿ ਅਕਾਲੀ ਦਲ ਨੂੰ ਬਿਹਤਰ ਤਰੀਕੇ ਨਾਲ ਜਾਣਦੇ ਆ। ਹਾਲਾਂਕਿ ਬੀਜੇਪੀ ਨਾਲ ਗੱਠਜੋੜ ਵੀ ਰਿਹਾ ਤੇ ਇਸ ਕਰਕੇ ਵੀ ਬਿਹਤਰ ਜਾਣਦੇ ਆ। ਗੁਰਦੀਪ ਸਿੰਘ ਗੋਸ਼ਾ ਤੁਹਾਡਾ ਬਹੁਤ ਸਵਾਗਤ ਹੈ। सुदीप सिंह सुकार मेरी आवाज आ रही थोड़े तक? बिल्कुल जी। सुकार साहब, प्रधान साहब टेंशन च है इस वेले? बिल्कुल नहीं जी, किसी प्रकार की कोई टेंशन नहीं जी पार्टी च। इस तो पहला कदे अनुशासनी कमेटी बनाई सी तुसी जथेबंदक ढांचा भंग करन तो बाद? बिल्कुल पहला भी अनुशासनी कमेटियां बनदियां रही जी। लास्ट टाइम जथेदार तुरता सिंह जिहड़े अनुशासनी कमेटी के चेयरमैन सी, उन्हां दी अगवाई दे विच अनुशासनी कमेटी काम करती रही है। ये हुण लोड़ क्यों पै गई अनुशासनी कमेटी दी सुकार साहब? टाइमिंग बड़ी मायने रखती है। एक बैठक चल रही होंदी है, उस तो बाद तुहाडी प्रेस रिलीज आ जाती है कि अनुशासनी कमेटी बनाती। एक्शन किन ते लओगे? जगमीत सिंह बराड़ ते, मनप्रीत सिंह ग्याली ते किन ते लओगे एक्शन? बाकी होर मेरे को लंबी फेरिस्ट हैगी है, मिस्टर वडाला ते किन ते एक्शन लओगे? देखो 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 गल ये है जी, ਇਹ ਗੱਲਾਂ ਜਿਹੜੀਆਂ ਬਾਹਰ ਚੱਲ ਰਹੀਆਂ ਬਿਲਕੁਲ ਅਜਿਹੀ ਕੋਈ ਗੱਲ ਨਹੀਂ ਹੈ। ਪਾਰਟੀ ਦਾ ਇੱਕ ਪਰਿਵਾਰ ਹੈ, ਜਿਵੇਂ ਇੱਕ ਪਰਿਵਾਰ ਹੁੰਦਾ ਪਾਰਟੀ ਵੀ ਉਵੇਂ ਪਰਿਵਾਰ ਹੈ। ਪਾਰਟੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਪਸ ਵਿੱਚ ਹੀ ਚੱਲਦੀਆਂ ਰਹਿੰਦੀਆਂ ਨੇ। ਪਰ ਜਿਹੜੀ ਤੁਸੀਂ ਕੋਈ ਗੱਲ ਕਰ ਰਹੇ ਹੋ ਵੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਹੋਣੀ ਹੈ, ਕਰਨੀ ਹੈ, ਅਜਿਹੀ ਇਦਾਂ ਦੀ ਕੋਈ ਗੱਲ ਨਹੀਂ ਹੈ। ਦੇਖੋ ਕੱਲ ਜਿਹੜੀ ਤੁਸੀਂ अनुशासनी कमेटी की गल कर रहे हो, कल अनुशासनी कमेटी बनी है। पहला भी बहुत बार जिन्नी बार जथेबंदक ढांचा बनता हर बार अनुशासनी कमेटी बनती है और जेडे जिन्ने भी लीडर ने पार्टी के सारे ही सत्कारयोग ने और सारा परिवार इकट्ठा है। जे पार्टी नूं अगे ले जाण लई कुछ गल्लां करनियां पैंदियां ने, कुछ गल्लां दे उत्ते विचार करनी पैंदी आ, इहदा मतलब ये नहीं हुंदा कि मतलब वो कुछ गलत हो रहा। चलो मैनूं इह दस दो सुखदीप सिंह जी, आड़े लीडर बैठे आ सारे आ बैठक करते पे आ, ਇਹ ਪਾਰਟੀ ਪ੍ਰਧਾਨ ਨੂੰ ਪੁੱਛ ਕੇ ਬੈਠਕ ਕੀਤੀ ਇਹਨਾਂ ਨੇ? ਕੱਲ ਗੁਰੂ ਕੇ ਜਿਹੜਾ ਗੁਰੂ ਕਾ ਬਾਗਲਾ ਮੋਰਚਾ ਦੀ ਸ਼ਤਾਬਦੀ ਸੀਗੀ ਜੀ ਤੇ ਇਹ ਸਾਰੇ ਲੀਡਰ ਉੱਥੇ ਸਟੇਜ ਤੇ ਇਕੱਠੇ ਸੀਗੇ। ਉਸ ਤੋਂ ਬਾਅਦ ਸਿਰਫ ਇਹ ਚਾਹ ਪਾਣੀ ਪੀਣ ਲਈ, ਸੁਭਾਵਿਕ ਗੱਲਾਂ ਹੋਣ ਲਈ, ਕਿਉਂਕਿ ਪਾਰਟੀ ਇੱਕ ਪਰਿਵਾਰ ਹੈ ਜੀ, ਕੋਈ ਵੀ ਕਿਸੇ ਦੇ ਘਰ ਬੈਠ ਸਕਦਾ। ਕਾਲੋ ਸਾਹਿਬ ਸਾਡਾ ਪਰਿਵਾਰ ਨੇ, ਵਡਾਲਾ ਸਾਹਿਬ ਸਾਡਾ ਪਰਿਵਾਰ ਨੇ, ਚੰਦੂ ਮਾਜਰਾ ਸਾਹਿਬ ਸਾਡੇ ਕੋਰ ਕਮੇਟੀ ਦੇ ਮੈਂਬਰ ਨੇ, ਆਪਣੇ ਅਟਵਾਲ ਸਾਹਿਬ ਸਾਡੇ ਕੋਰ ਕਮੇਟੀ ਦੇ ਮੈਂਬਰ ਨੇ। ਜੇ ਪਰਿਵਾਰ ਨੇ ਇੱਕ ਜਗ੍ਹਾ ਬੈਠ ਲਿਆ ਤੇ ਵਿਰੋਧੀ ਪਾਰਟੀਆਂ ਸਵਾਦ ਲੈ ਰਹੀਆਂ, ਮੈਂ ਸਮਝਦਾ ਕੋਈ ਠੀਕ ਗੱਲ ਨਹੀਂ ਹੈ। ਪਰਿਵਾਰ ਇੱਕ ਜਗ੍ਹਾ ਬੈਠਾ ਗੱਲਾਂ ਕਰ ਸਕਦਾ ਨਹੀਂ। ਚਲੋ ਵਿਰੋਧੀ ਪਾਰਟੀ ਦਾ ਸਵਾਦ ਲੈ ਰਹੀਆਂ, ਇਹਨਾਂ ਦਾ ਚਾਹ ਪਾਣੀ ਦਾ ਸਵਾਦ ਤੁਹਾਨੂੰ ਪਸੰਦ ਨਹੀਂ ਆਇਆ? ਦੇਖੋ
ਜੇ ਕੋਈ ਗੱਲ ਹੋਵੇ ਜੀ ਉਹਦਾ ਸਵਾਦ ਲੈਣਾ ਚਾਹੀਦਾ। ਪਾਰਟੀ ਦੇ ਅੰਦਰ ਪਾਰਟੀ ਨੂੰ ਸੁਧਾਰਨ ਲਈ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ। ਸੁਕਾਰ ਸਾਹਿਬ ਸੁਣ ਤਾਂ ਲੋ ਨਾ, ਸੁਕਾਰ ਸਾਹਿਬ ਪੂਰੀ ਹੋਣ ਦਿਓ, ਸੁਕਾਰ ਸਾਹਿਬ ਸੁਣ ਤਾਂ ਲੋ ਨਾ, ਇੱਕ ਮਿੰਟ ਸੁਣ ਤਾਂ ਲੋ ਨਾ। ਸੁਕਾਰ ਸਾਹਿਬ ਵਿਰੋਧੀ ਦਾ ਸਵਾਦ ਬਾਅਦ ਚ ਲੈਣਗੇ, ਸਵਾਦ ਤਾਂ ਤੁਸੀਂ ਲੈਣਾ ਸ਼ੁਰੂ ਕਰਤਾ 5 ਮੈਂਬਰੀ ਕਮੇਟੀ ਬਣਾ ਕੇ। ਨਾ ਬਣਾਉਂਦੇ ਨਾ ਵਿਰੋਧੀ ਸਵਾਦ ਲੈਂਦੇ ਤੁਸੀਂ ਆਪ। ਤੁਸੀਂ ਇੱਕ ਮਿੰਟ ਸੁਣ ਲੋ ਨਾ, ਸੁਕਾਰ ਸਾਹਿਬ ਸੁਣ ਲੋ, ਸੁਕਾਰ ਸਾਹਿਬ ਸੁਣ ਲੋ ਨਾ, ਸੁਕਾਰ ਸਾਹਿਬ ਪਹਿਲਾਂ ਸਵਾਲ ਤਾਂ ਸੁਣ ਲੋ, ਪਹਿਲਾਂ ਪੂਰਾ ਸੁਕਾਰ ਸਾਹਿਬ ਸਵਾਲ ਤਾਂ ਸੁਣ ਲੋ ਨਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਪਹਿਲਾਂ ਵੀ ਕਮੇਟੀਆਂ ਬਣਦੀਆਂ ਰਹੀਆਂ ਨੇ, ਪਰ ਜਿਹੜੀ ਕੱਲ ਦੀ ਕਮੇਟੀ ਆਈ ਆ ਉਹ ਜਿਹੜੀ ਕਮੇਟੀ ਬਣੀ ਹੈ ਮਾਦਾ ਤਾਂ ਰੱਖੋ ਨਾ। ਸੁਕਾਰ ਸਾਹਿਬ ਸਵਾਲ ਤਾਂ ਪੂਰਾ ਲੈਣ ਦਿਓ ਨਾ। ਸੁਕਾਰ ਸਾਹਿਬ ਇਹੀ ਦਿੱਕਤ ਹੈ ਪਾਰਟੀ ਪਲੇਟਫਾਰਮ ਤੇ ਹੋ ਰਹੀ ਹੈ, ਤੁਸੀਂ ਇਹਨਾਂ ਦੀ ਗੱਲ ਨਹੀਂ ਸੁਣਦੇ ਪਏ, ਚਾਹ ਪਾਣੀ ਲੱਗ ਪੀਂਦੇ ਪਏ। ਸੁਕਾਰ ਸਾਹਿਬ ਸੁਣ ਲੋ ਨਾ ਗੱਲ। ਕਮੇਟੀ ਦੀ ਮੀਟਿੰਗ ਸੁਕਾਰ ਸਾਹਿਬ ਤੁਹਾਡੇ ਤੋਂ ਮੇਰੀ ਆਵਾਜ਼ ਆ ਰਹੀ ਹੈ? ਕੋਰ ਕਮੇਟੀ ਦੀ ਮੀਟਿੰਗ ਸੁਕਾਰ ਸਾਹਿਬ ਸੁਣ ਤਾਂ ਲੋ ਨਾ, ਸੁਣ ਤਾਂ ਲੋ ਨਾ। ਸੁਕਾਰ ਸਾਹਿਬ ਮੈਂ ਇੰਨੀ ਕਾਹਲੀ ਚ ਕਿਉਂ ਹੋ ਤੁਸੀਂ? ਬਹੁਤ ਟਾਈਮ ਹੈ ਤੁਹਾਡੇ ਕੋਲੇ, ਬਹੁਤ ਟਾਈਮ ਹੈ। ਹਾਏ ਪਾਰਟੀ ਦਾ ਪੁਨਰਗਠਨ ਹੋਣਾ ਬੜਾ ਵਕਤ ਹੈ ਤੁਹਾਡੇ ਕੋਲ। ਸੁਕਾਰ ਸਾਹਿਬ ਮੈਂ ਜਾਨਣਾ ਚਾਹ ਰਿਹਾ ਨਹੀਂ, ਦੇਖੋ ਇੱਕ ਮਿੰਟ ਸੁਣ ਤਾਂ ਲੋ ਨਾ। ਸੁਕਾਰ ਸਾਹਿਬ ਇਹਨੇ ਕਾਲੇ ਕਿਉਂ ਪੈ ਰਹੇ ਹੋ ਤੁਸੀਂ? ਮੈਂ ਤਾਂ ਕੋਈ ਕਾਲਾ ਨਹੀਂ ਪੈ ਰਿਹਾ, ਸੁਣ ਲਓ ਨਾ ਰਾਮ। ਹਾਂਜੀ ਦੱਸੋ ਦੱਸੋ। ਸੁਣ ਲਓ, ਚੰਦੂ ਮਾਰੇ ਸਾਹਿਬ ਤੁਸੀਂ ਜ਼ਿਕਰ ਕਰਦੇ ਹੋ, ਚੰਦੂ ਮਾਰੇ ਸਾਹਿਬ ਕੋਰ ਕਮੇਟੀ ਦੀ ਬੈਠਕ ਵਿੱਚ ਨਹੀਂ ਆਏ ਸੀ। ਸੁਕਾਰ ਸਾਹਿਬ ਚੰਦੂ ਮਾਰੇ ਸਾਹਿਬ ਤੇ ਐਕਸ਼ਨ ਲੈ ਸਕਦੇ ਹੋ ਤੁਸੀਂ? ਬਿਲਕੁਲ ਨਹੀਂ ਆਏ ਸੀ ਜੀ। ਹਾਂ ਕਿਉਂ ਨਹੀਂ ਆਏ ਸੀ? ਨਾਰਾਜ਼ ਹੈ, ਨਾਰਾਜ਼ ਹੈ ਚੰਦੂ ਮਾਰੇ ਸਾਹਿਬ? ਬਿਲਕੁਲ ਅਜਿਹੀ ਕੋਈ ਗੱਲ ਨਹੀਂ ਹੈ, ਇਹ ਸਿਰਫ ਮੀਡੀਆ ਦੀ ਚਰਚਾ ਹੈ। ਚਲੋ ਜਾਂ ਜਿਹੜੇ ਵਿਰੋਧੀ ਨੇ ਉਹਨਾਂ ਦੀ ਚਰਚਾ ਹੈ। ਮੇਰੀ ਗੱਲ ਪਹਿਲਾਂ ਪੂਰੀ ਹੋ ਲੈਣ ਦਿਓ ਭਾਜੀ। ਤੁਸੀਂ ਦੇਖੋ ਅਨੁਸ਼ਾਸਨੀ ਕਮੇਟੀ ਕੱਲ ਬਣੀ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਹਿਲਾਂ ਵੀ ਬਣਦੀ ਰਹੀ ਹੈ। ਕੋਰ ਕਮੇਟੀ ਦੀ ਮੀਟਿੰਗ ਹੋਈ ਹੈ, ਕੋਈ ਇੱਕ ਮੈਂਬਰ ਗੈਰ ਹਾਜ਼ਰ ਰਹਿ ਸਕਦਾ ਹੈ। ਹੋਰ ਵੀ 14-15 ਮੈਂਬਰ ਨੇ ਕੋਰ ਕਮੇਟੀ ਦੇ। ਬਹੁਤ ਸੰਮਤੀ ਦੇ ਨਾਲ ਕੋਰ ਕਮੇਟੀ ਦੇ ਵਿੱਚ ਜਿਹੜੇ ਅਧਿਕਾਰ ਸੀ ਜਥੇਬੰਦਕ ਢਾਂਚਾ ਭੰਗ ਕਰਨ ਦੇ ਸੁਕਾਰ ਸਾਹਿਬ ਵਾਪਸ ਆ ਜਾਓ। ਰੁਕ ਜਾ ਕਰੋ ਨਾਲ ਦੀ ਨਾਲ ਰੁਕ ਜਾ ਕਰੋ ਸਰ। ਸੁਕਾਰ ਸਾਹਿਬ ਰੁਕ ਜਾਓ ਨਾ। ਸੁਕਾਰ ਸਾਹਿਬ ਕਰਨ ਲਈ ਇੱਕ ਦੁਬਾਰਾ ਨਵਾਂ ਸਟੈਪ ਹੈ ਜੀ, ਇਸ ਤੋਂ ਅੱਗੇ ਕੁਝ ਨਹੀਂ ਹੈ। ਸੁਕਾਰ ਸਾਹਿਬ ਰੁਕ ਜਾਓ ਨਾ, ਰੁਕ ਜਾਓ। ਮਾਲੀ ਸਾਹਿਬ ਇਹ ਮੀਡੀਆ ਦੀ ਕ੍ਰੀਏਸ਼ਨ ਹੈ ਸਾਰੀ। ਆਪਾਂ ਐਵੇਂ ਟੈਨਸ਼ਨ ਲਈ ਬੈਠੇ ਹਾਂ, ਤੁਸੀਂ ਵੀ ਏਡੀਆਂ ਵੱਡੀਆਂ ਵੱਡੀਆਂ ਪੋਸਟਾਂ ਸ਼ੇਅਰ ਕਰੀ ਹੋ। ਮਾਲੀ ਸਾਹਿਬ ਕਿਉਂ ਐਵੇਂ ਸਵਾਦ ਲਈ ਜਾਂਦੇ ਹੋ? ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਹੋਇਆ, ਹੁਣ ਲੀਹ ਤੇ ਲਿਆਉਣਾ ਅਨੁਸ਼ਾਸਨੀ ਕਮੇਟੀ ਤਾਂ ਬਣਾਉਣੀ ਪੈਣੀ ਸੀ ਸਰ। ਮਾਲੀ ਸਾਹਿਬ ਕਿਉਂ ਟੈਨਸ਼ਨ ਲੈ ਲਈ ਸਾਰਿਆਂ ਨੇ? ਏਪੀ ਜੀ ਗੱਲ ਇਹ ਆ, ਇਤਿਹਾਸ ਦੇ ਵਿੱਚ ਜਦੋਂ ਵੱਡੇ ਸੰਕਟ ਆਉਂਦੇ ਨੇ ਨਾ, ਉਦੋਂ ਇੱਕ ਗੱਲ ਇਹ ਹੁੰਦੀ ਆ ਸਰਵਾਈਵਲ ਫਿਟੈਸਟ। ਜਿਹੜਾ ਸਮੇਂ ਅਨੁਸਾਰ ਢੁਕਵੇਂ ਸਹੀ ਕਦਮ ਲੈ ਲਓ ਉਹ ਸੰਕਟ ਨੂੰ ਪਾਰ ਕਰ ਜਾਂਦਾ। ਜਿਹੜੇ ਨਹੀਂ ਕਦਮ ਲੈਣਗੇ ਸਹੀ ਉਹ ਮਧੋਲੇ ਜਾਂਦੇ ਨੇ ਸੰਕਟ ਦੇ ਵਿੱਚ। ਇਹ ਪਹਿਲੀ ਵਾਰ ਨਹੀਂ ਆਇਆ ਵੀ ਅਕਾਲੀ ਦਲ ਨੂੰ ਜਾਂ ਕਿਸੇ ਹੋਰ ਪਾਰਟੀ ਕੋਈ ਇਹ ਸੰਕਟ ਦਰਪੇਸ਼ ਹੋਇਆ ਹੋਵੇ। ਪਹਿਲੇ ਸੰਕਟ ਇਹ ਦਰਪੇਸ਼ ਹੁੰਦੇ ਨੇ, ਪਰ ਇਹ ਕਦੇ ਨਹੀਂ ਹੋਇਆ ਕਿ ਜਥੇਬੰਦਕ ਢਾਂਚਾ ਭੰਗ ਕਰਕੇ ਤੇ ਇਕੱਲਾ ਪ੍ਰਧਾਨ ਆ ਜਿਹੜਾ ਸਾਰੀ ਤਾਕਤ ਉਹਦੇ ਕੋਲੇ ਹੋਵੇ। ਜਥੇਬੰਦਕ ਢਾਂਚੇ ਜਦੋਂ ਕਾਲ ਤੱਕ ਕਰਨਾ ਚਾਹੁੰਦਾ ਹੁੰਦਾ, ਉਹਨਾਂ ਤੋਂ ਸਾਰਿਆਂ ਤੋਂ ਅਸਤੀਫੇ ਲੈਂਦਾ, ਢਾਂਚੇ ਭੰਗ ਕਰਦਾ, ਫਿਰ ਇੱਕ ਕਮੇਟੀ ਬਣਾਉਂਦਾ। ਜਿਹੜੀ ਉਹ ਕਮੇਟੀ ਆ ਮੁੜ ਕੇ ਅਕਾਲੀ ਦਲ ਦਾ ਪੁਨਰਗਠਨ ਕਰਦੀ ਆ, ਜੋ ਸਿਧਾਂਤ ਨੇ ਉਹਨਾਂ ਦੇ ਲੀਹਾਂ ਤੇ। ਜਦੋਂ ਤੁਸੀਂ ਜਥੇਬੰਦਕ ਢਾਂਚਾ ਭੰਗ ਕਰਦੇ ਹੋ, ਇਹ ਇੱਕ ਬੜਾ ਵੱਡਾ ਫਰਾਡ ਆ। ਪਾਰਟੀ ਪਰਿਵਾਰ ਹੁੰਦੀ ਆ, ਪਾਰਟੀ ਕੋਈ ਪਰਿਵਾਰ ਨਹੀਂ ਹੁੰਦੀ। ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੀ ਹੁੰਦੀ ਆ, ਉਹਦਾ ਇੱਕ ਮਕਸਦ ਹੁੰਦਾ, ਉਹਦੇ ਵਿੱਚ ਦਰਜਾ ਬਦਰਜਾ ਅਹੁਦੇਦਾਰ ਹੁੰਦੇ ਨੇ, ਉਹਨਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ, ਤਾਕਤਾਂ ਹੁੰਦੀਆਂ ਨੇ। ਜੇ ਕੋਈ ਉਹਨੂੰ ਉਲੰਘਦਾ ਉਹਦੇ ਲਈ ਡਿਸਪਲਿਨਰੀ ਕਮੇਟੀ ਬਣਾਈ ਜਾਂਦੀ ਆ। ਅਕਾਲੀ ਦਲ ਦੀਆਂ ਜਾਬਤਾ ਕਮੇਟੀਆਂ ਬਣਦੀਆਂ ਰਹੀਆਂ ਨੇ, ਪਰ ਉਦੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਹੁੰਦਾ। ਤੁਸੀਂ ਕਿਹਦੇ ਐਕਸ਼ਨ ਲਓਗੇ ਜੀ ਜਦੋਂ ਤੁਹਾਡਾ ਜਥੇਬੰਦਕ ਢਾਂਚੇ ਨਹੀਂ, ਨਾ ਕੋਈ ਅਹੁਦੇਦਾਰ ਆ? ਕਿਹੜੀ ਲక్ష్మణ ਰੇਖਾ ਨੂੰ ਲੰਘਦਾ? ਚਾਹੀਦਾ ਇਹ ਸੀ ਕਿ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਕਰਕੇ, ਜਿਹੜੀ ਝੁੰਦਾ ਰਿਪੋਰਟ ਦੇ ਵਿੱਚ ਕਿਹਾ ਗਿਆ, ਇੱਕ ਅਕਾਲੀ ਦਲ ਦਾ ਪੁਨਰਗਠਨ ਵਾਲੀ ਕਮੇਟੀ ਬਣਾਈ ਜਾਏ। ਉਹ ਜਿਹੜੀ ਕਮੇਟੀ ਆ ਉਹ ਅਕਾਲੀ ਦਲ ਦਾ ਪੁਨਰਗਠਨ ਕਰ। ਹੁਣ ਉਹ ਕਮੇਟੀ ਬਣਾਈ ਨਹੀਂ, ਰਹਿ ਗਏ ਇਕੱਲੇ ਪ੍ਰਧਾਨ ਜੀ। ਜਦੋਂ ਖੁੱਲੀ ਖੇਡ ਆ, ਜਿਹਦਾ ਮਤਲਬ ਕੋਈ ਕਿਸੇ ਨੂੰ ਮਿਲ ਸਕਦਾ, ਕੋਈ ਕਿਸੇ ਨਾਲ ਮੀਟਿੰਗਾਂ ਕਰ ਸਕਦਾ, ਕਿਸੇ ਤੇ ਰੋਕ ਕੇ ਕੋਈ ਨਹੀਂ ਵਿਚਾਰ ਵਟਾਂਦਰਾ ਕਰ ਸਕਦਾ। ਹੁਣ ਇਹਨਾਂ ਨੇ ਜਿਹੜੀ ਡਿਸਪਲਿਨਰੀ ਕਮੇਟੀ ਬਣਾਈ ਆ, ਉਹਦਾ ਮਤਲਬ ਇਹ ਆ ਸਾਰਿਆਂ ਦੀ ਜ਼ੁਬਾਨਬੰਦੀ। ਜੇ ਕਿਸੇ ਨੇ ਗੱਲ ਕਰਨੀ ਆ ਪਾਰਟੀ ਪ੍ਰਧਾਨ ਨਾਲ, ਬਾਦਲ ਪਰਿਵਾਰ ਨਾਲ ਆ ਕੇ ਕਰੋ। ਜੇ ਕੋਈ ਸੁਝਾਅ ਦੇਣਾ ਜਾਂ ਕੋਈ ਵਿਚਾਰ ਵਟਾਂਦਰਾ ਕਰਨਾ, ਖੁੱਲੇ ਤੌਰ ਤੇ ਨਾ ਬੋਲੋ, ਵੱਖਰੀ ਰਾਏ। ਬਾਰ-ਬਾਰ ਬਾਦਲ ਦਾ ਜਿਹੜਾ ਵੀ ਕਦਮ
ਉਹ ਇਹ ਸਾਬਤ ਕਰਦਾ ਕਿ ਉਹ ਸ਼੍ਰੋਮਣੀ ਦਲ ਕੀ ਰਿਹਾ, ਇਹ ਇੱਕ ਪਾਰਟੀ ਆ ਜਿਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਆ। ਇਸ ਕਰਕੇ ਪਰਿਵਾਰ ਪ੍ਰਤੀ ਸਮਰਪਿਤ ਹੋਵੋ, ਜੋ ਸੋਚ ਰਿਹਾ ਉਹਦੇ ਪ੍ਰਤੀ ਪ੍ਰਤੀਬੱਧ ਹੋਵੋ। ਇਸ ਕਰਕੇ ਇਹੀ ਕਿਹਾ ਜਾ ਰਿਹਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਗੁਰਬਾਣੀ ਦੇ ਵਿੱਚ ਵੀ ਕਿਹਾ, ਉਗਲ ਆਇਆ ਖੁੱਟਾ ਢਬੂਆ ਜਦ ਨਾਜ਼ਰ ਸਰਾਪੇ ਲਾਇਆ। ਇਹ ਉਦਾਹਰਨਾਂ ਦਲ ਦੇ ਇਤਿਹਾਸ ਕਿਤੇ ਨਹੀਂ ਮਿਲਦੀਆਂ। ਇਹ ਤਾਂ ਜਿਉਂ-ਜਿਉਂ ਉਹ ਕਹਿੰਦੇ ਮਰਜ ਵੜਤਾ ਗਿਆ, ਜਿਉਂ-ਜਿਉਂ ਦਵਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਿਮਾਰੀ ਵੱਧਦੀ ਜਾ ਰਹੀ ਆ। ਇਸ ਕਰਕੇ ਨਾ ਤਾਂ ਉਹ ਸਿਆਸੀ ਜਥੇਬੰਦਕ ਲਾਈਨ ਨੂੰ ਤਬਦੀਲ ਕਰਨ ਨੂੰ ਤਿਆਰ ਆ, ਨਾ ਹਾਲਤਾਂ ਦਾ ਜਾਇਜ਼ਾ ਬਦਲਣ ਨੂੰ ਤਿਆਰ ਆ, ਨਾ ਜੋ ਹੋਇਆ ਉਹ ਤੇ ਝਾਤ ਮਾਰ ਕੇ ਕੋਈ ਗਲਤੀਆਂ ਸਾਹਮਣੇ ਲਿਆਉਣ ਦੀ, ਸੁਧਾਰਨ ਦੀ ਗੱਲ ਕਰਨ ਨੂੰ ਤਿਆਰ ਆ। ਸੋ ਆਪਣੇ ਆਪ ਕਹਿੰਦੇ ਨੇ ਕਮੇਟੀ ਕਹੀ ਆ, ਕਦੇ ਦੱਸੋ ਦਲ ਦਾ ਢਾਂਚਾ ਨਾ ਹੋਵੇ, ਕਮੇਟੀ ਕਿਹਦੇ ਜਵਾਬ ਰੱਖੂ, ਕਿਹਨੂੰ ਕਹੂ ਵੀ ਤੂੰ ਕੀ। ਚਲੋ ਮੈਂ ਵਾਪਸ ਆ ਰਿਹਾ ਮਾਲੀ ਸਾਹਿਬ ਵਾਪਸ ਆ ਰਿਹਾ, ਮੈਂ ਫਿਰ ਆਉਂਗਾ ਤੁਹਾਡੇ ਕੋਲੇ। ਕਿ ਪਾਰਟੀ ਰਵਾਇਤਾਂ ਮੁਤਾਬਕ ਹੀ ਢਾਂਚਾ ਭੰਗ ਹੋਇਆ? ਸਵਾਲ ਇਹ ਬੜਾ ਮਹੱਤਵਪੂਰਨ ਹੈ, ਕਿਉਂਕਿ ਇਹ ਪਾਰਟੀ ਰਵਾਇਤ ਦਾ ਜ਼ਿਕਰ ਕੀਤਾ ਗਿਆ ਕਿ ਪਾਰਟੀ ਰਵਾਇਤਾਂ ਮੁਤਾਬਕ ਪਾਰਟੀ ਪਲੇਟਫਾਰਮ ਤੇ ਆਪਣੀ ਗੱਲ ਰੱਖੀ ਜਾਵੇ। ਕੀ ਹੁਣ ਪਾਰਟੀ ਰਵਾਇਤਾਂ ਮੁਤਾਬਕ ਹੀ ਢਾਂਚਾ ਭੰਗ ਹੋਇਆ? ਸਾਡਾ ਸਵਾਲ ਇਹ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਿਹੜੇ ਚੱਕਰ ਵਿੱਚ ਫਸਿਆ ਅਕਾਲੀ ਦਲ? ਅਸੀਂ ਸਵਾਲ ਇਹ ਪੁੱਛਦੇ ਨੇ, ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅਨੁਸ਼ਾਸਨੀ ਕਮੇਟੀ ਦੀ ਲੋੜ ਕਿਉਂ ਪਈ? ਨਰਿੰਦਰ ਸਿੰਘ ਸੰਧੂ, ਅਕਾਲੀ ਦਲ ਕਹਿ ਰਿਹਾ ਕਿ ਸਾਡਾ ਇੰਟਰਨਲ ਮਾਮਲਾ ਇਹ, ਪਰਿਵਾਰ 'ਚ ਮਸਲੇ ਹੁੰਦੇ ਰਹਿੰਦੇ। ਹਾਲਾਂਕਿ ਮਾਲੀ ਸਾਹਿਬ ਕਹਿੰਦੇ ਪਾਰਟੀ ਕੋਈ ਪਰਿਵਾਰ ਨਹੀਂ ਹੁੰਦਾ, ਵਿਚਾਰਧਾਰਾ ਹੁੰਦੀ ਹੈ। ਸੰਧੂ ਸਾਹਿਬ ਤੁਸੀਂ ਐਵੇਂ ਸਵਾਦ ਲਈ ਜਾਂਦੇ ਹੋ, ਉਹ ਕਹਿੰਦੇ ਸਵਾਦ ਨਾਲ ਲਓ ਤੁਸੀਂ, ਅਕਾਲੀ ਦਲ ਕਹਿ ਰਿਹਾ। ਸੰਧੂ ਸਾਹਿਬ KP ਸਿੰਘ ਜੀ, ਜਿੱਥੋਂ ਤੱਕ ਮੈਨੂੰ ਪਤਾ ਲੱਗਦਾ, ਦੇਖੋ ਮਾਲੀ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਕਿ ਪਾਰਟੀ ਪਰਿਵਾਰ ਹੁੰਦੀ ਹੈ। ਬਿਲਕੁਲ ਠੀਕ ਗੱਲ ਕਿਹਾ, ਜਿਹੜੀ ਸਾਰਿਆਂ ਦੀ ਪਾਰਟੀ ਉਹੀ ਪਰਿਵਾਰ ਦਾ ਹਿੱਸਾ ਹੁੰਦੀ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਣ ਡਿਆ ਵੀ ਅਕਾਲੀ ਦਲ ਦੇ ਵਿੱਚ ਇਹ ਕੰਮ ਬਿਲਕੁਲ ਉਲਟ ਆ। ਇਹਨਾਂ ਦੇ ਵਿੱਚ ਪਰਿਵਾਰ ਹੀ ਪਾਰਟੀ, ਮਤਲਬ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ, ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ, ਇਹ ਸ਼ੁਰੂ ਤੋਂ ਕਾਂਗਰਸ ਤੇ ਵੀ ਆ ਜਾਣੀ ਹੈ। ਉਹਨਾਂ ਕਹਿਣਾ ਗਾਂਧੀ ਪਰਿਵਾਰ ਹੀ ਪਾਰਟੀ ਹੈ। ਸੰਧੂ ਸਾਹਿਬ ਨਾ ਜੀ ਨਾ, ਬਿਲਕੁਲ ਕਿਉਂ? ਗਾਂਧੀ ਪਰਿਵਾਰ ਜੇ ਪਾਰਟੀ ਹੈ ਤੇ ਗਾਂਧੀ ਪਰਿਵਾਰ ਨੇ ਮੈਡਮ ਸੋਨੀਆ ਗਾਂਧੀ ਨੇ ਆਪਣਾ ਛੱਡ ਕੇ ਤੇ ਮਨਮੋਹਨ ਸਿੰਘ ਨੂੰ ਬਣਾਇਆ ਸੀ ਪ੍ਰਧਾਨ ਮੰਤਰੀ। ਇਹ ਕਦੀ ਜ਼ਿੰਦਗੀ ਬਣਾ ਸਕਦੇ ਨੇ? 94 ਸਾਲ ਦੇ ਹੋ ਕੇ ਵੀ ਇਹ ਪਾਰਟੀ ਪ੍ਰਧਾਨ ਰਹਿ ਗਏ। ਉਸ ਤੋਂ ਬਾਅਦ ਆਪਣੇ ਬੇਟੇ ਨੂੰ ਬਣਾਤਾ, ਹੋ ਸਕਦਾ ਗਾਂ ਨੂੰ ਆਪਣੇ ਪੁੱਤਰੇ ਨੂੰ ਵੀ ਬਣਾ ਦੇਣ। ਪ੍ਰਕਾਸ਼ ਸਿੰਘ ਬਾਦਲ ਤੋਂ ਪਾਰਟੀ ਤੋਂ ਇਲਾਵਾ ਕੋਈ ਬੰਦਾ ਬਣਿਆ ਇਹਨਾਂ ਦਾ ਪ੍ਰਧਾਨ? ਤੇ ਦੱਸੋ, ਕੋਈ CM ਬਣਾ ਸਕੇ ਨੇ? ਤੁਸੀਂ ਗੱਲ ਤੇ ਠੀਕ ਕਹੀ ਹੈ, ਪਰ ਤੁਸੀਂ ਵੇਖੋ ਜਿਹੜੀ ਉਹਨਾਂ ਦੀ ਕੁਰਬਾਨੀ, ਇਸ ਤੋਂ ਕਿੱਥੇ ਕੁਰਬਾਨੀ ਹੈ? ਉਹ ਇਹ ਕੁਰਬਾਨੀ ਕਰ ਸਕਦੇ ਨੇ? ਇਹ ਤੇ ਸੀਟ ਨਾਲ ਚਿੰਬੜੇ ਨੇ, ਛੱਡਣਾ ਨਹੀਂ ਚਾਹੁੰਦੇ। ਬਿਲਕੁਲ ਇਹਨਾਂ ਦਾ ਇੰਟਰਨਲ ਮਸਲਾ ਹੈ। ਸਾਨੂੰ ਵੈਸੇ ਕੋਈ ਗੱਲਬਾਤ ਕਰਨੀ ਨਹੀਂ ਚਾਹੀਦੀ, ਕਿਉਂਕਿ ਪਰ ਤੁਸੀਂ ਸਾਨੂੰ ਡਿਬੇਟ ਤੇ ਸੱਦਿਆ ਤਾਂ ਅਸੀਂ ਦੱਸਦੇ ਹਾਂ। ਨਹੀਂ ਤੁਸੀਂ ਕਹੋ ਨਾ, ਜੋ ਮਰਜ਼ੀ ਕਹੋ ਸੰਧੂ ਸਾਹਿਬ, ਪਰ ਸਵਾਦ ਨਾਲ ਲੋਕ ਕਹਿ ਰਹੇ, ਅਕਾਲੀ ਦਲ ਕਹਿ ਰਿਹਾ। ਅਕਾਲੀ ਦਲ ਰਹਿ ਕਿੱਥੇ ਗਿਆ? ਅਕਾਲੀ ਦਲ ਤੇ ਖੇਰੂ ਹੋ ਗਿਆ। ਹਾਲੀ ਤੇ ਦੇਖੋ ਖਿੱਚੋ ਵਾਂਗੂ ਲੀਰਾ ਨਿਕਲ ਨਹੀਂ ਰਹੀ। ਹਾਲੀ ਤੇ ਕੰਮ ਸ਼ੁਰੂ ਹੋਇਆ, ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ, ਹਾਲੀ ਤੇ ਕੁਝ ਵੀ ਨਹੀਂ ਹੋਇਆ। ਹਾਲੀ ਤੇ ਕੀ ਹੈ? ਦੇਖੋ ਨਾ, ਅਯੱਪ ਸਾਹਿਬ ਨੇ ਕਿਹਾ ਮੈਂ ਨਹੀਂ ਵੋਟ ਪਾਣੀ ਸੀ, ਸਰੇਆਮ। ਨਹੀਂ ਤੇ ਅਕਾਲੀ ਦਲ ਦੇ ਵਿੱਚ ਕੋਈ ਬੰਦਾ ਬਗਾਵਤ ਕਰ ਸਕਦਾ ਸੀ? ਉਹਨਾਂ ਨੇ ਕਿਹਾ ਮੈਂ ਨਹੀਂ ਵੋਟ ਪਾਉਣੀ। ਜਦੋਂ ਮਾਜਰਾ ਸਾਹਿਬ ਵੀ ਵਿਠਰ ਗਏ, ਹੁਣ ਕਾਲੋ ਸਾਹਿਬ ਵੀ ਹੋ ਗਏ। ਕਿਉਂ? ਇਹ ਕਾਰਨ ਮੇਨ ਹੈ ਕਿਉਂ ਪਾਰਟੀ ਚੋਂ ਖੀਰੂ ਹੋ ਰਹੇ। ਇਸੇ ਕਰਕੇ ਹੋ ਰਿਹਾ ਵੀ ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਜਿਹੜੀ ਸੀ, ਸੁਖਬੀਰ ਸਿੰਘ ਬਾਦਲ ਪਾਰਟੀ ਸੀ, ਉਹ ਚਾਹੁੰਦੇ ਸੀ ਵੀ ਕੋਈ ਹੋਰ ਬੰਦਾ ਅਕਾਲੀ ਦਲ ਦੇ ਵਿੱਚ ਆ ਹੀ ਨਾ ਸਕੇ। ਔਰ ਇੱਕ ਸਭ ਤੋਂ ਵੱਡਾ ਪ੍ਰਮਾਣ ਹੈ ਨਾ ਲਿਖਾ ਅਕਾਲੀ ਦਲ ਬਾਦਲ। ਕਿਉਂ ਲਿਖਿਆ ਅਕਾਲੀ ਦਲ ਬਾਦਲ? ਸ਼੍ਰੋਮਣੀ ਅਕਾਲੀ ਦਲ ਰੱਖ ਦਿੰਦੇ, ਦੂਜਾ ਕੋਈ ਰੱਖਦੇ ਹੀ ਨਾ। ਪਰ ਇਹਨਾਂ ਦੀ ਸੋਚ ਅਕਾਲੀ ਦਲ ਬਾਦਲ ਕਿਸੇ ਸੰਵਿਧਾਨ ਵਿੱਚ ਨਹੀਂ ਲਿਖਿਆ ਹੋਇਆਗਾ ਸੰਧੂ ਸਾਹਿਬ। ਅਕਾਲੀ ਦਲ ਬਾਦਲ ਕਿਸੇ ਨਹੀਂ ਸੰਵਿਧਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇਹ ਜਿਹੜੀ ਗੱਲ ਕਰ ਰਹੇ ਗਲਤ ਹੈ। ਸੁਖਾਰ ਸਾਹਿਬ ਰੁਕ ਜਾਓ, ਸੁਖਾਰ ਸਾਹਿਬ ਬਿਨਾਂ ਬ੍ਰੇਕ ਨਾ ਚੱਲਿਆ ਕਰੋ। ਸੁਖਾਰ ਸਾਹਿਬ ਮੈਂ ਆ ਜਾਊਂ ਤੁਹਾਡੇ ਕੋਲੇ। ਹਾਂ ਮਿਸਟਰ ਸੰਧੂ, ਮੰਨ ਲਿਆ ਸ਼੍ਰੋਮਣੀ ਅਕਾਲੀ ਦਲ ਸੀ, ਪਰ ਰਾਜ ਤੇ ਇਹਨਾਂ ਦਾ ਹੀ ਰਿਹਾ ਨਾ, ਬਾਦਲਾਂ ਦਾ ਸ਼ੁਰੂ ਤੋਂ ਹੀ। ਹੋਰ ਕੋਈ ਬੰਦਾ ਅੱਜ ਤੱਕ ਤੁਸੀਂ ਸੰਧੂ ਸਾਹਿਬ ਮੈਨੂੰ ਦੱਸੋ, ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਸੁਖਾਰ ਸਾਹਿਬ ਇਦਾਂ ਨਾ ਕਰਿਆ ਕਰੋ। ਸੁਖਾਰ ਸਾਹਿਬ ਇਦਾਂ ਨਾ ਕਰਿਆ ਕਰੋ। ਸੁਖਾਰ ਸਾਹਿਬ ਮੈਨੂੰ ਇਹੋ ਜਿਹੀ TRP ਨਹੀਂ ਚਾਹੀਦੀ, ਮਾਫ ਕਰਨਾ, ਮੈਨੂੰ ਨਹੀਂ ਚਾਹੀਦੀ ਇਹੋ ਜਿਹੀ TRP ਜਿਹਦੇ ਚ ਰੋਲਾ ਹੋਵੇ, ਕੋਈ ਸਮਝ ਨਾ ਆਵੇ ਪਲੀਜ਼। ਸੰਧੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਪਸੰਦ ਹੈ ਤੁਹਾਨੂੰ? ਹਾਂਜੀ, ਸ਼੍ਰੋਮਣੀ ਅਕਾਲੀ ਦਲ ਪਸੰਦ ਹੈ ਤੁਹਾਨੂੰ? ਮੈਨੂੰ ਕੋਣ ਪਸੰਦ ਹੈ? ਮੈਨੂੰ ਇਹਨਾਂ ਦੀ ਬਿਲਕੁਲ ਆਈਡੀਓਲੋਜੀ ਨਹੀਂ ਪਸੰਦ।
ਜਿਹੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਬਣਿਆ ਸੀ ਉਹ ਪੰਜਾਬ ਦੀ ਬਿਹਤਰੀ ਵਾਸਤੇ ਬਣਿਆ ਸੀ। ਇਹ ਤੁਸੀਂ ਮੈਨੂੰ ਤੇ ਛੱਡੋ, ਅੱਜ ਗੁਰੂ ਪਾਕੇ ਬਾਗ ਮੋਰਚੇ ਦੇ ਵਿੱਚ ਤੇ ਇਹਨਾਂ ਦੇ ਜਥੇਦਾਰ ਸਾਹਿਬ ਕਹਿ ਗਏ ਵੀ ਤੁਸੀਂ ਇਹ ਸਾਰਾ ਕੁਝ ਛੱਡ ਕੇ ਤੇ ਸਿਰਫ ਸਿਆਸਤ ਨੂੰ ਛੱਡ ਦਿਓ ਤੇ ਪੰਜਾਬ ਦੀ ਭਲਾਈ ਵੱਲ ਧਿਆਨ ਦਿਓ। ਅੱਜ ਤੁਹਾਨੂੰ ਜਥੇਦਾਰ ਸਾਹਿਬ ਪਸੰਦ ਆ ਗਏ ਸੰਧੂ ਸਾਹਿਬ ਅੱਜ ਤੁਹਾਨੂੰ ਜਥੇਦਾਰ ਸਾਹਿਬ ਪਸੰਦ ਆ ਗਏ। ਪਹਿਲਾਂ ਤੁਸੀਂ ਲੋਕ ਕੀ ਕਹਿੰਦੇ ਹੋ ਜਥੇਦਾਰ ਸਾਹਿਬ ਨੂੰ ਅਕਾਲੀ ਦਲ ਵਰਤਦਾ ਪਿਆ, ਅੱਜ ਤੁਹਾਨੂੰ ਜਥੇਦਾਰ ਸਾਹਿਬ ਪਸੰਦ ਆ ਗਏ ਸੰਧੂ ਸਾਹਿਬ? ਗੱਲ ਕੇਪੀ ਸਿੰਘ ਜੀ ਵਰਤਨ ਦੀ ਨਹੀਂ, ਗੱਲ ਲੌਜਿਕ ਦੀ ਆ। ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਜੇ ਤੁਸੀਂ ਉਹਨੂੰ ਯੂਜ਼ ਕਰਦੇ ਹੋ, ਸ਼੍ਰੋਮਣੀ ਕਮੇਟੀ ਦੇ ਨਾਲ ਤੁਹਾਡਾ ਸਮਝੌਤਾ ਸ਼੍ਰੋਮਣੀ ਕਮੇਟੀ ਦੇ ਉੱਤੇ ਤੁਸੀਂ ਨਾਲ ਰਲ ਕੇ ਅਲਾਈਅੰਸ ਕਰਦੇ ਜੇ ਤੇ ਪਹਿਲਾਂ ਧਰਮ ਪ੍ਰਚਾਰ ਕਰੋ, ਇੰਨੀ ਧਰਮ ਪ੍ਰਚਾਰ ਕਰੋ ਤਾਂ ਕਿ ਸਾਰਾ ਪੰਜਾਬ ਹੋਵੇ, ਦੂਜੀ ਧਰਮ ਪਰਿਵਰਤਨ ਨਾ ਹੋਵੇ। ਪਰ ਇਹਨਾਂ ਨੂੰ ਪਤਾ ਹੀ ਨਹੀਂ, ਇਹ ਆਪਣੀ ਰਾਜਨੀਤਿਕ ਗੋਟੀਆਂ ਸਿੱਖਦੇ ਨੇ ਐਸਜੀਪੀਸੀ ਨੂੰ ਨਾਲ ਰੱਖ। ਚਲੋ ਠੀਕ ਹੈ। ਗੁਰਦੀਪ ਸਿੰਘ ਗੋਸ਼ਾ, ਅਕਾਲੀ ਦਲ ਦੇ ਇਸ ਹਾਲ ਲਈ ਜ਼ਿੰਮੇਵਾਰ ਬੀਜੇਪੀ ਹੈ? ਕੇਪੀ ਸਾਹਿਬ ਇਦਾਂ ਵੀ ਭਾਰਤੀ ਜਨਤਾ ਪਾਰਟੀ ਦਾ ਆਪਣਾ ਇੱਕ ਸਟੈਂਡ ਹੈ, ਅਸੀਂ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦੇ ਹਾਂ, ਇੱਕ ਦੂਜੇ ਪਰਿਵਾਰ ਵਾਲੀ ਕਰਦੇ ਹਾਂ। ਟੈਰਿਟਰੀ ਸਮਝੀ ਹੋਗੀ ਦੇਸ਼ ਦੀ ਪ੍ਰਦੇਸ਼ ਦੀ। ਇਹ ਦੇਖੋ ਸੰਧੂ ਸਾਹਿਬ ਨੇ ਚਲੋ ਆਪਣੀਆਂ ਗੱਲਾਂ ਕੀਤੀਆਂ, ਕਾਂਗਰਸ ਦੇ ਵੀ ਮਾਰ ਚੱਲਦਾ ਰਿਹਾ, ਨਹਿਰੂ ਸਾਹਿਬ ਆ ਗਏ, ਇੰਦਰਾ ਜੀ ਆ ਗਏ, ਫਿਰ ਰਾਜੀਵ ਜੀ ਆ ਗਏ, ਫਿਰ ਉਸ ਤੋਂ ਬਾਅਦ ਸੋਨੀਆ ਜੀ ਆ ਗਏ। ਸੋਨੀਆ ਜੀ ਤੋਂ ਬਾਅਦ ਮਜਬੂਰੀ ਬਣ ਗਈ ਸੀ ਮਨਮੋਹਨ ਸਿੰਘ ਦੀ, ਫਿਰ ਰਾਹੁਲ ਜੀ ਆ ਗਏ। ਇੱਕ ਪਰਿਵਾਰ ਚੱਲਦਾ ਪਿਆ, ਤੁਸੀਂ ਸੈਂਟਰਲ ਪਰਿਵਾਰ ਦੇਖ ਲਓ, ਚੌਟਾਲਾ ਸਾਹਿਬ ਵਾਲਾ ਪਰਿਵਾਰ ਦੇਖ ਲਓ, ਯਾਦਵ ਸਾਹਿਬ ਵਾਲਾ ਪਰਿਵਾਰ ਦੇਖ ਲਓ, ਇਸੇ ਹੀ ਲਾਈਨ ਤੇ ਅਕਾਲੀ ਦਲ ਆ ਗਿਆ। ਜਦੋਂ ਆਪਾਂ ਪਰਿਵਾਰ ਨੂੰ ਅੱਗੇ ਲੈ ਕੇ ਜਾਵਾਂਗੇ ਨਾ, ਉਹ ਡੈਮੇਜ ਕੰਟਰੋਲ ਕਰ ਬਹੁਤ ਕੰਮ ਕਰਨਾ। ਦਾਰਜੁਗੀ ਸਿੰਘ ਬਾਦਲ ਮੈਂ ਟਿੱਪਣੀ ਨਹੀਂ ਕਰਦਾ ਕਿ ਤੁਹਾਡਾ ਆਡੀਓ ਬ੍ਰੇਕ ਹੋ ਰਿਹਾ ਮਿਸਟਰ ਗੋਸ਼ਾ, ਥੋੜਾ ਜਿਹਾ ਲੈਪਲ ਆਪਦੇ ਨੇੜੇ ਕਰ ਲਓ, ਤੁਹਾਡਾ ਆਡੀਓ ਬ੍ਰੇਕ ਹੋ ਰਿਹਾ। ਹਾਂ ਇਹ ਪਤਾ ਹੈ ਕਿ ਰੋਕੀ ਅਕਾਲੀ ਦਲ ਦਾ ਮਾਮਲਾ ਹੈ, ਡਾਊਨ ਅਪ ਡਾਊਨ ਹੁੰਦੇ ਰਹਿੰਦੇ, ਕੋਈ ਵੱਡੀ ਗੱਲ ਨਹੀਂ ਹੈ। ਪਰ ਦੋ ਖਿਲਾਫ ਅਕਾਲੀ ਦਲ ਫੜ ਕੇ ਜ਼ਿੰਮੇਵਾਰੀ ਕਦੇ ਖੁਦ ਲੈਣੀ ਪਊਗੀ, ਵੀਰ ਸਿੰਘ ਬਾਦਲ ਲੈਣੀ ਪਊਗੀ। ਚਲੋ ਕਿਉਂਕਿ ਅੱਜ ਜ਼ਰੂਰਤ ਸੀ, ਅੱਜ ਜੇ ਮਨਪ੍ਰੀਤ ਸਿੰਘ ਇਆਲੀ ਸਾਹਿਬ ਹੋ ਗਏ, ਅਟਵਾਲ ਸਾਹਿਬ ਹੋ ਗਏ, ਬਰਾੜ ਸਾਹਿਬ ਕਾਂਗਰਸ ਤੋਂ ਲੀਡਰ ਹੈ, ਇਹ ਲੋਕ ਜੇ ਇਹਨਾਂ ਦੇ ਪੰਜਾਬ ਦੀ ਚੱਲ ਰਹੀ ਹੈ ਨਾ, ਇਹਨਾਂ ਨੂੰ ਆਪਣਾ ਠੀਕ ਹੈ। ਮੈਂ ਗੋਸ਼ਾ ਤੁਹਾਡੀ ਆਵਾਜ਼ ਬ੍ਰੇਕ ਕਰਦੀ, ਮੈਂ ਵਾਪਸ ਆ ਜਾਊਂਗਾ। ਮਾਲੀ ਸਾਹਿਬ ਇੱਕ ਚੀਜ਼ ਮੈਂ ਸਮਝਣਾ ਚਾਹੁੰਦਾ, ਅਨੁਸ਼ਾਸਨੀ ਕਮੇਟੀ ਦੀ ਚੇਅਰਮੈਨ ਨਹੀਂ ਕਰਨਗੇ ਸਿਕੰਦਰ ਸਿੰਘ ਮਲੂਕਾ। ਇਹ ਮਲੂਕਾ ਸਾਹਿਬ ਉਹੀ ਨੇ ਜਿਹੜੇ ਜਦੋਂ ਟਿਕਟਾਂ ਵੰਡਣੀਆਂ ਸੀ ਉਹ ਨਾਰਾਜ਼ ਹੋ ਗਏ ਸੀਗੇ। ਇਹ ਅਨੁਸ਼ਾਸਨ ਕਿਵੇਂ ਸਾਂਭਣਗੇ? ਮੈਨੂੰ ਥੋੜਾ ਜਿਹਾ ਮੈਂ ਕਨਫਿਊਜ਼ਨ ਚ ਹਾਂ ਮਿਸਟਰ ਮਾਲੀ। ਕੇਪੀ ਦੀ ਜਥੇਬੰਦੀ ਤੋਂ ਬਿਨਾ ਕੋਈ ਅਨੁਸ਼ਾਸਨ ਲਾਗੂ ਹੀ ਨਹੀਂ ਹੁੰਦਾ। ਹਾਂ, ਜਥੇਬੰਦੀ ਆ, ਉਹਦੇ ਵਿੱਚ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ, ਬਲਾਕ ਪ੍ਰਧਾਨ ਨੇ। ਹੁਣ ਇਹ ਜਿਹੜੀ ਕੋਰ ਕਮੇਟੀ ਦੀ ਗੱਲ ਕਰਦੇ ਆ, ਇਹਦਾ ਤਾਂ ਸੰਵਿਧਾਨ 'ਚ ਕਿਤੇ ਨਾਂ ਹੀ ਨਹੀਂ। ਕੋਰ ਕਮੇਟੀ ਸੰਵਿਧਾਨ ਦੇ ਅਨੁਸਾਰ ਕੋਈ ਅਦਾਰਾ ਨਹੀਂ, ਇਹਨੂੰ ਕੋਈ ਫੈਸਲਾ ਲੈਣ ਦਾ ਹੱਕ ਨਹੀਂ। ਅਸਲ ਦੇ ਵਿੱਚ ਵਰਕਿੰਗ ਕਮੇਟੀ ਆ। ਵਰਕਿੰਗ ਕਮੇਟੀ ਤੋਂ ਪੋਲੀਟੀਕਲ ਅਫੇਅਰ ਕਮੇਟੀ ਵੀ ਹੈ, ਉਹਨੂੰ ਅਸੀਂ ਕਿਹਾ ਜਾ ਸਕਦਾ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ। ਕੋਰ ਕਮੇਟੀ ਤਾਂ ਇਹਨਾਂ ਨੇ ਸਹੂਲਤ ਖਾਤਰ ਆਪਣੀ ਮਰਜ਼ੀ ਚਲਾਉਣ ਖਾਤਰ ਇੱਕ ਜਥੇਬੰਦੀ ਬਣਾਈ ਹੋਈ ਆ, ਜਿਹਨੂੰ ਵਾਰ-ਵਾਰ ਕਹੀ ਜਾਂਦੇ ਨੇ। ਹੁਣ ਅਕਾਲੀ ਦਲ ਜਾਂ ਹੋਰਾਂ ਪਾਰਟੀਆਂ ਦੇ ਬੁਲਾਰੇ ਜਾਂ ਤਾਂ ਇਸ ਮਸਲੇ ਦੀ ਇਤਿਹਾਸਕ ਜਾਂ ਮੌਜੂਦਾ ਸਮਝ ਲੈ ਕੇ ਸਾਹਮਣੇ ਆਉਣ। ਕੋਈ ਕਿਸੇ ਪਾਰਟੀ ਦਾ ਕੋਈ ਮਸਲਾ ਅੰਦਰੂਨੀ ਨਹੀਂ ਹੁੰਦਾ। ਪੰਜਾਬ ਦੇ ਵਿੱਚ ਅਕਾਲੀ ਦਲ ਇੱਕ ਪਾਰਟੀ ਆ ਜਿਹੜੀ ਦਾਅਵਾ ਕਰਦੀ ਆ ਅਸੀਂ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਆ। ਉਹ ਕੋਈ ਵੀ ਫੈਸਲਾ ਲੈਂਦੀ ਆ, ਉਹਦੀ ਕੋਈ ਵੀ ਬਣਤਰ ਹੁੰਦੀ ਆ, ਪੰਜਾਬ ਦੇ ਹਰ ਇੱਕ ਵਾਸੀ ਨੂੰ, ਚਾਹੇ ਉਹ ਪਾਰਟੀ ਦੇ ਵਿੱਚ ਆ ਚਾਹੇ ਬਾਹਰ ਆ, ਉਹਨੂੰ ਉਹਦੀ ਆਲੋਚਨਾ ਕਰਨ ਦਾ ਤੇ ਸਵਾਲ ਪੁੱਛਣ ਦਾ ਹੱਕ ਆ। ਸੋ ਇਸ ਕਰਕੇ ਜਥੇਬੰਦਕ ਤੌਰ ਤੇ ਜਦੋਂ ਅਸੀਂ ਦੇਖਦੇ ਆ, ਜਦੋਂ ਜਥੇਬੰਦੀ ਨਾ ਹੋਵੇ ਉਦੋਂ ਡਿਸਪਲਿਨਰੀ ਕਮੇਟੀ ਦੀ ਕੋਈ ਹੋਂਦ ਨਹੀਂ ਹੁੰਦੀ। ਕਿਉਂਕਿ ਜਦੋਂ ਪਹਿਲਾਂ ਜਾਬਤਾ ਕਮੇਟੀ ਬਣਾਈ ਜਾਂਦੀ ਆ, ਉਹ ਕਿਸੇ ਅਦਾਰਿਆਂ ਚੋਂ ਬਣਾਈ ਜਾਂਦੀ ਆ, ਕਿਸੇ ਸੀਨੀਅਰਟੀ ਤੋਂ ਬਣਾਈ ਜਾਂਦੀ ਆ। ਹੁਣ ਇਹ ਡਿਸਪਲਿਨਰੀ ਕਮੇਟੀ ਉਹੀ ਆ ਜਿਹੜੇ ਮੌਜੂਦਾ ਸਮੇਂ 'ਚ ਸੁਖਬੀਰ ਬਾਦਲ ਦੀ ਢੱਡ ਖੜਕਾਉਂਦੀ ਆ। ਜਿਹੜੇ ਸਵਾਲ ਉਠਾਉਂਦੇ ਨੇ ਉਹ ਇਹ ਤਾਂ ਬਾਹਰ ਨੇ। ਇਹ ਕਮੇਟੀ ਕੋਈ ਕਿਸੇ ਤੇ ਐਕਸ਼ਨ ਲੈ ਨਹੀਂ ਸਕਦੀ। ਇਹ ਸਿਰਫ ਦੌਕਾ ਕਮੇਟੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਅਕਾਲੀ ਦਲ ਦਾ ਜਿਹਾ ਵੀ ਪੁਨਰਗਠਨ ਹੁੰਦਾ, ਉਹਦੇ ਵਿੱਚ ਉਹਨਾਂ ਲੋਕਾਂ ਨੂੰ ਲਿਆ ਜਾਊ ਜਿਹੜੇ ਬਾਦਲ ਪਰਿਵਾਰ ਦੀ ਸ਼ਾਨੀ ਭਰਨਗੇ, ਜਿਹੜੇ ਜਾ ਕੇ ਉਹਨਾਂ ਦੇ ਕੰਨ 'ਚ ਫੂਕ ਮਾਰਨਗੇ, ਜਿਹੜੇ ਉਹਨਾਂ ਦੀ ਬੋਲੀ ਬੋਲਣਗੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬੁਲਾਰਾ ਵੀ ਹੈ ਨਹੀਂ। ਹੁਣ ਤਾਂ ਜਥੇਬੰਦਕ ਤੌਰ ਤੇ ਕੋਈ ਬੁਲਾਰਾ ਨਹੀਂ। ਕਿਸੇ ਬੁਲਾਰੇ ਪ੍ਰਤੀ ਅਕਾਲੀ ਦਲ ਜਵਾਬ ਦੇ। ਤੁਸੀਂ ਵੱਡਾ ਸਵਾਲ ਖੜਾ ਕਰਤਾ। ਹੁਣ ਸੁਖਦੀਪ ਸਿੰਘ ਹਰਾਂ ਨੂੰ ਮੈਂ ਕੀ ਕਹਾਂ, ਸਪੋਕਸਪਰਸਨ ਨਾ ਕਹਾਂ? ਇਹ ਯੂਥ ਅਕਾਲੀ ਦਲ ਸਮਾਂ ਰੱਖਦੇ, ਤੁਹਾਡਾ ਵੀ ਢਾਂਚਾ ਭੰਗ ਹੈ ਸੁਖਦੀਪ ਸਿੰਘ, ਤੁਸੀਂ ਹੈ ਨਹੀਂਗੇ ਸਪੋਕਸਪਰਸਨ? ਬਿਲਕੁਲ, ਪਾਰਟੀ ਦੇ ਸਾਰੇ ਢਾਂਚੇ ਇਸ ਵੇਲੇ ਭੰਗ ਨੇ ਜੀ, ਸਿਵਾਏ ਵਰਕਿੰਗ ਕਮੇਟੀ। ਨਹੀਂ ਹੁਣ ਤੁਹਾਨੂੰ ਮੈਂ ਬੁਲਾਰਾ ਕਹਾਂ ਕਿ ਨਾ ਕਹਾਂ?
ਸੁਖਦੀਪ ਸਿੰਘ ਜੀ, ਮੈਂ ਕੀ ਕਹਾਂ ਤੁਹਾਨੂੰ, ਅਕਾਲੀ ਆਗੂ ਕਹਾਂ ਫਿਰ? ਸੁਖਦੀਪ ਸਿੰਘ ਸਰਕਾਰ ਅਕਾਲੀ ਆਗੂ ਜੀ। ਅੱਛਾ, ਬਸ ਇੰਨਾ ਹੀ ਕਹਾਂ, ਬੁਲਾਰਾ ਨਾ ਕਹਾਂ? ਤੇ ਫਿਰ ਬਿਲਕੁਲ ਜੀ, ਜੋ ਪਾਰਟੀ ਦਾ ਡਿਸਪਲਿਨ ਹੈ ਉਹ ਲਾਗੂ ਹੁੰਦਾ ਜੀ ਸਾਰਿਆਂ ਤੇ। ਜਦੋਂ ਸਾਰਾ ਕੁਝ ਭੰਗ ਹੈ ਫਿਰ ਅਨੁਸ਼ਾਸਨੀ ਕਮੇਟੀ ਕਿਉਂ ਆ ਗਈ? ਮੈਨੂੰ ਇਹ ਨਹੀਂ ਸਮਝ ਆਈ ਬਾਜੀ। ਜਦੋਂ ਰਿਪੀਟ ਹੋਣਾ, ਨਵੇਂ ਸਿਰੇ ਜਥੇਬੰਦਕ ਢਾਂਚਾ ਬਣਨਾ ਤੇ ਅਨੁਸ਼ਾਸਨੀ ਕਮੇਟੀ ਉਹਦਾ ਇੱਕ ਪਾਰਟ ਹੈ। ਮੇਰੇ ਬੋਲਣ ਤੋਂ ਪਹਿਲਾਂ ਮਾਲੀ ਸਾਹਿਬ ਨੇ ਵੀ ਕਈ ਗੱਲਾਂ ਕੀਤੀਆਂ, ਸੰਧੂ ਸਾਹਿਬ ਨੇ ਵੀ ਕਈ ਗੱਲਾਂ ਕੀਤੀਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕੈਪਚਰ ਕਰੀ ਬੈਠੇ ਆ। ਮੈਂ ਇਹਨਾਂ ਨੂੰ ਇੱਕ ਜਵਾਬ ਦੇਣਾ ਚਾਹੁੰਦਾ ਕਿ ਕੈਪਚਰ ਨਾਲ ਇੱਥੇ ਅਕਾਲੀ ਦਲ 'ਚ ਜੇ ਇਹ ਸਮਝਦਾ 20 ਦੇ ਕਰੀਬ ਪਹਿਲਾ ਪ੍ਰਧਾਨ ਸਰਦਾਰ ਸੁਰਮਤ ਸਿੰਘ ਝਬਾਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਤਕਰੀਬਨ 20 ਪ੍ਰਧਾਨ ਜਿਹੜੇ ਆ ਪਾਰਟੀ ਦੇ ਬਦਲ ਚੁੱਕੇ ਆ। ਬਰਨਾਲਾ ਸਾਹਿਬ ਪ੍ਰਧਾਨ ਰਹੇ, ਤਲਵੰਡੀ ਸਾਹਿਬ ਪ੍ਰਧਾਨ ਰਹੇ, ਤੁੜ ਸਾਹਿਬ ਪ੍ਰਧਾਨ ਰਹੇ, ਲੌਂਗੋਵਾਲ ਸਾਹਿਬ ਪ੍ਰਧਾਨ ਰਹੇ ਆ, ਆਪਣੇ ਮਾਸਟਰ ਤਾਰਾ ਸਿੰਘ ਹੁਣੀ ਪ੍ਰਧਾਨ ਰਹੇ ਆ, ਹੋਰ ਬੜੀਆਂ ਸ਼ਖਸੀਅਤਾਂ, ਵੱਡੀਆਂ ਸ਼ਖਸੀਅਤਾਂ ਪਹਿਲਾਂ ਵੀ ਪ੍ਰਧਾਨ ਰਹੀਆਂ ਨੇ। ਇਹ ਕਿਸੇ ਦੀ ਕੋਈ ਨਿੱਜੀ ਜ਼ਗੀਰ ਨਹੀਂ ਹੈ। ਜੇ ਸਰਦਾਰ ਇਹੀ ਤਾਂ ਸਵਾਲ ਮਾਲੀ ਸਾਹਿਬ ਚੁੱਕਦੇ ਪਏ, ਮਾਲੀ ਸਾਹਿਬ ਇਹੀ ਤਾਂ ਸਵਾਲ ਚੁੱਕਦੇ ਪਏ ਆ। ਸ਼੍ਰੋਮਣੀ ਅਕਾਲੀ ਦਲ ਦਾ ਐਡਾ ਵੱਡਾ ਇਤਿਹਾਸ ਹੈ, ਤੁਸੀਂ ਵੱਡੇ ਵੱਡੇ ਨਾਮ ਲੈਤੇ ਸਾਰਿਆਂ ਦੇ, ਢਾਂਚਾ ਭੰਗ ਕਰਤਾ, ਪ੍ਰਧਾਨ ਸਾਹਿਬ ਕਿਉਂ ਬੈਠੇ ਫਿਰ? ਕੋਰ ਕਮੇਟੀ ਨੇ ਅਧਿਕਾਰ ਦਿੱਤੇ ਪ੍ਰਧਾਨ ਸਾਹਿਬ ਨੂੰ, ਸਾਰਾ ਫੈਸਲਾ ਕੋਰ ਕਮੇਟੀ 'ਚ ਸਰਬਸੰਮਤੀ ਦੇ ਨਾਲ ਹੋਇਆ। ਚਲੋ ਕੋਰ ਕਮੇਟੀ ਜਿਹੜਾ 5 ਸਾਲ ਲਈ ਪਾਰਟੀ, ਮੇਰੀ ਬੇਨਤੀ ਸੁਣ ਲਓ ਪਹਿਲਾਂ, ਮੇਰੀ ਬੇਨਤੀ ਸੁਣ ਲਓ ਜੀ। ਸੁਖਦੀਪ ਸਿੰਘ ਜੀ, 5 ਸਾਲ ਲਈ ਚੋਣ ਹੁੰਦੀ ਹੈ ਪ੍ਰਧਾਨ ਦੀ ਜੀ, ਔਰ ਉਹ ਅੰਮ੍ਰਿਤਸਰ ਸਾਹਿਬ ਵਿਖੇ ਡੈਲੀਗੇਟ ਅਜਲਾਸ ਜਿਹੜਾ 550 ਦੇ ਕਰੀਬ ਸਾਡੇ ਡੈਲੀਗੇਟ ਨੇ, ਉਹਨਾਂ ਦੇ ਵਿੱਚ 550 ਦਾ ਜਿਹੜਾ ਇਕੱਠ ਕਰਕੇ ਜਨੈਨੀਮਸ ਤਰੀਕੇ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ, ਔਰ 5 ਸਾਲ ਲਈ ਚੁਣਿਆ ਜਾਂਦਾ, ਔਰ ਤਕਰੀਬਨ 2.5 ਸਾਲ ਹੋਇਆ ਅਜੇ। ਔਰ ਉਹ ਜਿਹੜਾ ਡੈਲੀਗੇਟ ਅਜਲਾਸ ਆ, ਜਿਹੜੀਆਂ ਪਾਵਰਾਂ ਡੈਲੀਗੇਟ ਅਜਲਾਸ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀਆਂ, ਉਹ ਪਾਵਰਾਂ ਤਹਿਤ ਉਹ ਢਾਂਚਾ ਭੰਗ ਕਰ ਸਕਦੇ ਆ ਔਰ ਨਵੇਂ ਸਿਰਿਓਂ ਬਣਾ ਸਕਦੇ ਆ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆ ਰਹੇ। ਫਿਰ ਬਹੁਤ ਸਾਰੇ ਸਵਾਲ ਲੱਗੇ। ਸ਼੍ਰੋਮਣੀ ਅਕਾਲੀ ਦਲ ਖੇਤਰੀ ਤਰ੍ਹਾਂ ਦੀ ਬਹੁਤ ਵੱਡੀ ਨੁਮਾਇੰਦਾ ਪਾਰਟੀ ਹੈ, ਪੰਥ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਹੈ। ਹੁਣ ਪੰਥ ਇਹਨਾਂ ਦੇ ਏਜੰਡੇ ਤੇ ਹੈ ਕਿ ਨਹੀਂ ਹੈ? ਗੱਠਜੋੜ ਟੁੱਟਣ ਤੋਂ ਬਾਅਦ, ਵਜ਼ੀਰੀ ਜਾਣ ਤੋਂ ਬਾਅਦ, ਵਿਧਾਨ ਸਭਾ ਦੇ ਵਿੱਚ ਜਿਹੜੇ ਹੁਣ ਹਾਲ ਹੋਏ ਆ ਉਹਨਾਂ ਤੋਂ ਬਾਅਦ, ਸੰਗਰੂਰ ਵਿੱਚ ਹਾਲ ਤੋਂ ਬਾਅਦ ਅਕਾਲੀ ਦਲ ਕਿਹੜੇ ਮੰਥਨ ਵਿੱਚ ਲੱਗਿਆ ਹੋਇਆ? ਅਕਾਲੀ ਦਲ ਨੂੰ ਇਸ ਕਰਕੇ ਸਵਾਲ ਪੁੱਛੇ ਜਾ ਰਹੇ ਆ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚੋਂ ਮੰਨਫੀ ਹੁੰਦਾ ਤਾਂ ਖੇਤੀ ਧਿਰਾਂ ਦੀ ਨੁਮਾਇੰਦਾ ਪਾਰਟੀ ਮੰਨਫੀ ਹੋ ਰਹੀ ਹੈ। ਇਸ ਕਰਕੇ ਅਕਾਲੀ ਦਲ ਤੇ ਮੰਥਨ ਹੋਣਾ ਲਾਜ਼ਮੀ ਹੈ। ਵਾਪਸ ਆ ਰਹੇ ਇੱਕ ਫਿਰ ਤੁਹਾਡਾ ਸਵਾਗਤ ਕਰਦੇ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅਨੁਸ਼ਾਸਨੀ ਕਮੇਟੀ ਦੀ ਲੋੜ ਕਿਉਂ ਪਈ? ਸੁਖਦੀਪ ਜੀ, ਇੱਕ ਮੈਨੂੰ ਤੁਹਾਡੇ ਵੱਲੋਂ ਜਵਾਬ ਚਾਹੀਦਾ ਹੈ। ਤੁਸੀਂ ਆਪਦੀ ਪ੍ਰੈਸ ਰਿਲੀਜ਼ ਵਿੱਚ ਲਿਖਿਆ ਪਾਰਟੀ ਰਵਾਇਤਾਂ ਮੁਤਾਬਕ ਜਿਹੜਾ ਵੀ ਕੋਈ ਅਨੁਸ਼ਾਸਨਹੀਨਤਾ ਕਰੂਗਾ, ਪਾਰਟੀ ਰਵਾਇਤਾਂ ਤੋਂ ਉਲਟ, ਉਹਦੇ ਵਿਰੁੱਧ ਕਾਰਵਾਈ ਹੋਊਗੀ। ਇਹ ਜਿਹੜਾ ਜਥੇਬੰਦਕ ਢਾਂਚਾ ਭੰਗ ਕੀਤਾ ਹੈ, ਪਾਰਟੀ ਰਵਾਇਤਾਂ ਮੁਤਾਬਕ ਭੰਗ ਕੀਤਾ? ਪਹਿਲਾ ਸਵਾਲ। ਪਾਰਟੀ ਰਵਾਇਤ ਨੂੰ ਅਸੀਂ ਪਾਰਟੀ ਸੰਵਿਧਾਨ ਸਮਝੀਏ ਜਾਂ ਰਵਾਇਤ ਕੋਈ ਹੋਰ ਸ਼ਬਦ ਹੈ? ਸੁਖਦੀਪ ਸਿੰਘ, ਜਿਹੜਾ ਜਥੇਬੰਦਕ ਢਾਂਚਾ ਭੰਗ ਹੋਇਆ ਜੀ, ਇਹ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਆਈ ਸੀ ਉਹਦੇ ਉੱਤੇ ਲੰਬੀ ਵਿਚਾਰ ਤੋਂ ਬਾਅਦ 3-4 ਬੈਠਕਾਂ ਜਿਹੜੀਆਂ ਕੋਰ ਕਮੇਟੀ ਦੀਆਂ ਹੋਈਆਂ। ਪਾਰਟੀ ਜੀ ਸਰ ਸੁਣ ਲਓ, ਸੁਖਦੀਪ ਜੀ ਸੁਣ ਲਓ ਨਾ ਸਰ, ਇਦਾਂ ਨਾ ਕਰੋ, ਸੁਖਦੀਪ ਜੀ ਨਾ ਜਵਾਬ ਦਿਓ, ਕੋਈ ਦਿੱਕਤ ਨਹੀਂ। ਮੇਰਾ ਸਵਾਲ ਹੋਰ ਹੈ ਸਰ, ਇੱਕ ਮਿੰਟ ਸੁਣ ਤਾਂ ਲਓ ਨਾ ਸੁਖਦੀਪ ਜੀ ਪਲੀਜ਼, ਸੁਖਦੀਪ ਜੀ ਇਦਾਂ ਨਾ ਕਰੋ ਸਰ, ਬਿਨ ਬ੍ਰੇਕ ਮੈਂ ਡਿਬੇਟ ਨਹੀਂ ਚੱਲਣ ਦਿੰਦਾ ਸਰ। ਸੁਖਦੀਪ ਜੀ ਮੈਂ ਸਵਾਲ ਇਹ ਕੀਤਾ ਪਾਰਟੀ ਰਵਾਇਤ ਨੂੰ ਮੈਂ ਪਾਰਟੀ ਸੰਵਿਧਾਨ ਸਮਝਾਂ ਜਾਂ ਨਹੀਂ, ਮੇਰਾ ਸਿੱਧਾ ਸਵਾਲ। ਦੇਖੋ ਰਵਾਇਤਾਂ ਜਿਹੜੀਆਂ ਆ ਉਹ ਇੱਕ ਅਲੱਗ ਵਿਸ਼ਾ ਹੈ ਤੇ ਸੰਵਿਧਾਨ ਜਿਹੜਾ ਅਲੱਗ ਵਿਸ਼ਾ। ਚਲੋ ਤੁਸੀਂ ਮੇਰੀ ਦੁਵਿਧਾ ਦੂਰ ਕਰਤੀ। ਥੈਂਕ ਯੂ ਸੁਖਦੀਪ ਜੀ, ਥੈਂਕ ਯੂ। ਵਾਪਸ ਆ ਜਾਊਗਾ ਸਰ, ਵਾਪਸ ਆ ਜਾਊਗਾ ਪਲੀਜ਼ ਸਰ, ਪਲੀਜ਼ ਵਾਪਸ ਆ ਜਾਊਗਾ। ਮਿਸਟਰ ਸੰਧੂ, ਇਹ ਪਾਰਟੀ ਰਵਾਇਤ ਤੇ ਸੰਵਿਧਾਨ ਵੱਖੋ ਵੱਖਰੇ ਹੁੰਦਾ ਸਰ, ਮੈਨੂੰ ਥੋੜਾ ਜਿਹਾ ਸਮਝਾ ਦਿਓ ਸਰ। ਇਹ ਕਿਉਂਕਿ ਟੈਕਨੀਕਲ ਚੀਜ਼ ਹੈ, ਮੇਰੇ ਪੱਲੇ ਨਹੀਂ ਪੈ ਰਹੀ। ਮੈਂ ਬਹੁਤ ਦੇਰ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪ੍ਰੈਸ ਰਿਲੀਜ਼ ਮੈਂ 5 ਵਾਰੀ ਪੜ੍ਹ ਲਈ, ਮੇਰੇ ਪੱਲੇ ਨਹੀਂ ਪਈ ਗੱਲ ਵੀ ਸੰਵਿਧਾਨ ਦਾ ਜ਼ਿਕਰ ਕਿਉਂ ਨਹੀਂ ਹੈਗਾ, ਰਵਾਇਤ ਦਾ ਜ਼ਿਕਰ ਹੋ ਰਿਹਾ। ਕੇਪੀ ਸਿੰਘ ਜੀ, ਬਿਲਕੁਲ ਪੰਜਾਬੀ ਚ ਦੋ ਹਰਫੀ ਗੱਲ ਆ। ਇਹ ਜਿਹੜੀ ਕਹਿੰਦੇ ਨੇ ਨਾ ਵੀ ਰਵਾਇਤ ਪਤਾ ਕੀ ਹੈ? ਰਵਾਇਤ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਦੇ ਵਿਰੁੱਧ ਕੋਈ ਬੰਦਾ ਜਿਹੜਾ ਬੋਲੇਗਾ ਉਹਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਊ। ਇਹ ਰਵਾਇਤ ਆ ਵੀ ਕੋਈ ਅਨੁਸ਼ਾਸਨ ਕਮੇਟੀ ਬਣਾਈ ਆ, ਕੋਈ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਦੇ ਵਿਰੁੱਧ ਕੋਈ ਵੀ ਬੰਦਾ ਲੇਖ ਨਹੀਂ ਲਿਖੇਗਾ, ਕੋਈ ਵੀ ਬੰਦਾ ਬੋਲੇਗਾ ਨਹੀਂ। ਹਾਂ, ਜਿਹੜਾ ਬੋਲੇਗਾ ਬਾਹਰ ਕਰ ਦੇਂਗੇ। ਅਕਾਲੀ ਦਲ ਤੇ ਬਿਲਕੁਲ ਖਤਮ ਹੋ ਗਈ ਹੈ, ਬਿਲਕੁਲ ਐਕਚੁਅਲੀ ਟੋਟਲੀ ਖਤਮ ਹੋ ਗਈ ਹੈ। 3 ਇਹਨਾਂ ਦੇ ਐਮਐਲਏ ਜਿੱਤੇ ਨੇ। ਮੈਨੂੰ ਲੱਗਦਾ ਅਗਲੀ ਇਲੈਕਸ਼ਨ ਮੈਂ ਦਾਅਵੇ
ਇੱਕ ਵੀ ਇਲੈਕਸ਼ਨ ਨਹੀਂ ਜਿੱਤੀ। ਹਾਲਾਂਕਿ ਬੜੀ ਵਧੀਆ ਆਪੋਜੀਸ਼ਨ ਪਾਰਟੀ ਸੀ, ਪਰ ਕਿਉਂਕਿ ਇਸਨੇ 10 ਸਾਲ ਰਾਜ ਨਹੀਂ ਕੀਤਾ, ਲੋਕਾਂ ਨੇ ਲੁੱਟਿਆ ਤੇ ਕੁੱਟਿਆ, ਆਪਣੀ ਐਂਬੂਲੈਂਸਾਂ ਤੇ ਫੋਟੋਆਂ ਲਾਈਆਂ, ਸਾਈਕਲਾਂ ਤੇ ਫੋਟੋਆਂ ਲਾਈਆਂ, ਲੋਕਾਂ ਦਾ ਭਲਾ ਨਹੀਂ ਕੀਤਾ, ਤੇ ਇਹਨਾਂ ਦੀ ਸਰਕਾਰ ਗਈ 5 ਸਾਲ ਫੇਰ ਨਹੀਂ ਆਈ, 5 ਸਾਲ ਫੇਰ ਨਹੀਂ ਆਈ, ਇਹਨਾਂ ਦੀ ਸਰਕਾਰ ਨਾ ਆਉਣੀ ਨਹੀਂ। ਅਕਾਲੀ ਦਲ ਟੋਟਲ ਆਪਣੀ ਸਾਰਾ ਕੁਝ ਗਵਾ ਚੁੱਕਾ ਹੈ, ਬਿਲਕੁਲ ਡਿਮੋਲਿਸ਼ ਹੋ ਚੁੱਕਾ ਹੈ। ਨਹੀਂ ਅੱਜ ਇਹਨਾਂ ਦਾ ਇੱਕ ਮਿੰਟ ਜੱਜਮੈਂਟ ਢਾਂਚਾ ਹੈ ਹੀ ਸੰਧੂ ਸਾਹਿਬ ਤੁਸੀਂ ਆਪੋਜੀਸ਼ਨ ਚ ਹੈ, ਤੁਸੀਂ ਇਹ ਗੱਲ ਕਹੋਗੇ ਅਕਾਲੀ ਦਲ ਸਾਹਿਬ ਕੋ ਗਵਾ ਚੁੱਕਿਆ, ਖਤਮ ਹੋ ਗਿਆ। ਜੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਂਦਾ, ਅਕਾਲੀ ਦਲ ਰਿਵਾਈਵ ਕਰ ਸਕਦਾ ਮਿਸਟਰ ਸੰਧੂ? ਬਿਲਕੁਲ ਕਰ ਸਕਦਾ ਜੀ, ਪਰ ਮੈਂ ਚਾਹਨਾ ਪ੍ਰਕਾਸ਼ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਹੀ ਬਣੇ ਰਹਿਣ, ਤੁਹਾਨੂੰ ਤੇ ਸਾਹਿਬ ਬਣੇ ਰਹਿਣ ਤੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ। ਜੇ ਨਹੀਂ ਜੇ ਪਾਰਟੀ ਤੋਂ ਉੱਠ ਕੇ ਇਮਾਨਦਾਰੀ ਨਾਲ ਗੱਲ ਕਰ ਤੇ ਬਿਲਕੁਲ ਠੀਕ ਹੈ। ਜੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਪ੍ਰਧਾਨ ਨਹੀਂ ਬਣਾਉਂਦੇ ਤੇ ਜਾਂ ਇਹ ਨੈਕਸਟ ਸੀਐਮ ਹਿੰਟ ਕਲੀਅਰ ਕਰ ਦਿੰਦੇ ਆ ਤੇ ਇਹਨਾਂ ਨੂੰ ਫਾਇਦਾ ਪਾਰਟੀ ਵਿੱਚ ਹੋ ਸਕਦਾ। ਚਲੋ ਮਾਲੀ ਸਾਹਿਬ ਰਵਾਇਤ ਤੇ ਸੰਵਿਧਾਨ ਵਿੱਚ ਮੈਨੂੰ ਬੜੀ ਕਨਫਿਊਜ਼ਨ ਹੈ। ਹੁਣ ਸੁਖਦੀਪ ਸਿੰਘ ਹਰਾਂ ਨੂੰ ਮੈਂ ਪੁੱਛਿਆ, ਕਿਉਂਕਿ ਉਹ ਆਪਦੀ ਪਾਰਟੀ ਦੇ ਆਗੂ ਹੈ, ਉਹ ਦੱਸ ਸਕਦੇ ਬਿਹਤਰ ਤਰੀਕੇ ਨਾਲ। ਮਾਲੀ ਸਾਹਿਬ ਤੁਹਾਨੂੰ ਕੋਈ ਕਨਫਿਊਜ਼ਨ ਤਾਂ ਨਹੀਂ ਹੈਗੀ? ਮੈਨੂੰ ਤਾਂ ਹੈ ਮਿਸਟਰ ਮਾਲੀ। ਦੇਖੋ, ਪਾਰਟੀ ਸੰਵਿਧਾਨ ਹੁੰਦਾ, ਪਾਰਟੀ ਸੰਵਿਧਾਨ ਅਨੁਸਾਰ ਇਹ ਰਵਾਇਤਾਂ ਹੁੰਦੀਆਂ ਨੇ, ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ, ਜਿਹੜੀ ਇਹ ਦਾਅਵਾ ਕਰਦੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈਂਦੇ ਆ, ਸੇਧ ਲੈਂਦੇ ਆ, ਇਸ ਕਰਕੇ ਰਵਾਇਤਾਂ ਕੀ ਨੇ? ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ। ਜਦੋਂ ਵੀ ਸੰਕਟ ਆਉਂਦਾ, ਪਹਿਲ ਪੰਥ ਦੀ, ਆਪਣੇ ਨਿੱਜੀ ਹਿੱਤ ਪਿਛਲੇ ਪਾਸੇ। ਜਦੋਂ ਕੋਈ ਸਵਾਲ ਆਉਂਦਾ ਤਿਆਗ ਦਾ, ਪਿੱਛੇ ਹਟਣ ਦਾ, ਤਾਂ ਵਿਅਕਤੀ ਪ੍ਰਧਾਨ ਦੀ ਥਾਂ ਸਮੂਹਕ ਸੋਚ ਆ, ਉਹਨੂੰ ਅੱਗੇ ਬੁਲੰਦ ਕੀਤਾ ਜਾਂਦਾ। ਰਵਾਇਤ ਕੀ ਆ ਪੰਜਾਬ ਦੇ ਵਿੱਚ ਅਕਾਲੀ ਦਲ ਦੀ? 4 ਕੇਂਦਰ ਹੁੰਦੇ ਸੀ ਸ਼ਕਤੀ ਦੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਹਨੂੰ ਸਾਰੀ ਦੁਨੀਆ ਦੇ ਸਿੱਖਾਂ ਉਹਨਾਂ ਦੇ ਉਦੇਸ਼ ਨੂੰ, ਉਹਨਾਂ ਦੇ ਅਨੁਸ਼ਾਸਨ ਨੂੰ ਮੰਨਦੇ ਸੀ। ਨੰਬਰ 2 ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਜਿਹੜਾ ਸਿੱਖ ਧਾਰਮਿਕ ਘੱਟ ਗਿਣਤੀ ਦੇ ਹਿੱਤਾਂ ਬਾਰੇ ਹਮੇਸ਼ਾ ਬੋਲਦਾ ਸੀ, ਪੰਜਾਬ ਦੇ ਹਿੱਤਾਂ ਬਾਰੇ ਵੀ ਬੋਲਦਾ ਸੀ। ਨੰਬਰ 3 ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ। ਨੰਬਰ 4 ਸਰਕਾਰ ਦਾ ਮੁੱਖ ਮੰਤਰੀ। ਰਵਾਇਤਾਂ ਤਾਂ ਰਗੜ ਕੇ ਇਹਨਾਂ ਨੇ ਸਾਰੀਆਂ ਤਬਾਹ ਕਰਕੇ ਆਪਣੀ ਜੇਬ ਚ ਪਾ ਲਈਆਂ ਬਾਦਲ ਪਰਿਵਾਰ ਦੇ। ਸ਼ਕਤੀ ਦਾ ਵਿਕੇਂਦਰੀਕਰਨ ਰਵਾਇਤਾਂ ਸੀ ਅਕਾਲੀ ਦਲ ਦੀਆਂ। ਜਦੋਂ ਜ਼ਿਲ੍ਹਾ ਜਥੇਦਾਰ ਬਣਦੇ ਸੀ, ਜ਼ਿਲ੍ਹਾ ਜਥੇਦਾਰ ਦੀ ਹੈਸੀਅਤ ਹੁੰਦੀ ਸੀ ਕੋਈ। ਹੁਣ ਦੱਸੋ ਜ਼ਿਲ੍ਹਾ ਜਥੇਦਾਰ ਨੂੰ ਕੋਈ ਪੁੱਛਦਾ ਤਾਂ ਕੋਈ ਤਖਤਾਂ ਦੇ ਜਥੇਦਾਰਾਂ ਨੂੰ ਨਹੀਂ। ਉਹਨਾਂ ਨੂੰ ਕੋਠੀ ਤੇ ਬੁਲਾ ਕੇ ਆਦੇਸ਼ ਦਿੱਤੇ ਜਾਂਦੇ ਨੇ ਕਿ ਆਹ ਫੈਸਲਾ ਕਰੋ। ਸੋ ਹਾਲ ਤਾਂ ਇਹਨਾਂ ਨੇ ਰਵਾਇਤਾਂ ਪੈਰਾਂ ਹੇਠਾਂ ਮੰਧੋਲੀਆਂ ਨੇ, ਰਵਾਇਤਾਂ ਨੂੰ ਫਨਾਹ ਕੀਤਾ, ਜਿਹੜੀਆਂ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਸੀ ਤੇ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਅਨੁਸਾਰ ਵੀ ਸੀ, ਉਹਦੀਆਂ ਪੂਰਕ ਸੀ। ਠੀਕ ਗੋਸ਼ਾ ਜੀ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਪਈ ਮਿਸਟਰ ਗੋਸ਼ਾ, ਕੋਈ ਟੈਕਨੀਕਲ ਅਥਾਰੀ ਤੁਹਾਡੇ ਲਈ ਪਾਸ? ਚਲੋ ਮੈਂ ਫਾਇਲ ਹੈ ਕੋਈ ਥੋੜਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਸ਼੍ਰੋਮਣੀ ਅਕਾਲੀ ਵਿੱਚ ਕਮਸਾਨ ਨੂੰ ਠੱਲ ਕਿਵੇਂ ਪਵੇਗੀ, ਕਿਹੜੇ ਚੱਕਰ ਵਿੱਚ ਫਸਿਆ ਅਕਾਲੀ ਦਲ? ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਜਥੇਬੰਦਕ ਢਾਂਚਾ ਭਾਂਕਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅਨੁਸ਼ਾਸਨੀ ਕਮੇਟੀ ਦੀ ਲੋੜ ਕਿਉਂ ਪਈ? ਗੁਰਦੀਪ ਸਿੰਘ ਗੋਸ਼ਾ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਆ ਰਹੀ ਜੀ। ਗੋਸ਼ਾ ਜੀ, ਮੈਂ ਜਾਣਨਾ ਚਾਹੁੰਦਾ, ਜਦੋਂ ਤੁਸੀਂ ਪਾਰਟੀ ਵਿੱਚ ਸੀਗੇ ਉਦੋਂ ਪਾਰਟੀ ਕਿਹੜੇ ਰਵਾਇਤ ਮੁਤਾਬਕ, ਕਿਹੜੇ ਸੰਵਿਧਾਨ ਮੁਤਾਬਕ ਚੱਲਦੀ ਸੀ ਮਿਸਟਰ ਗੋਸ਼ਾ? ਦੇਖੋ ਗੱਲ ਇਹ ਹੈ ਜੀ, ਪਹਿਲੀ ਗੱਲ ਤਾਂ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਾਂ। ਅਸੀਂ ਕਿਸੇ ਦੇ ਅੰਦਰੂਨੀ ਮਸਲਿਆਂ ਦੇ ਉੱਤੇ ਵਿਚਾਰ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀਆਂ ਆਪਣੀਆਂ ਗੱਲਾਂ। ਪਰ ਜਦੋਂ ਗੱਲਾਂ ਬਾਹਰ ਆ ਜਾਂਦੀਆਂ ਤੇ ਉਹ ਚੈਨਲ ਦੀਆਂ ਸੁਰਖੀਆਂ ਬਣਦੀਆਂ। ਜੇ ਅੱਜ ਗੱਲ ਕਰਾਂ ਨਾ, ਦੇਖੋ ਗੈਰੰਟੀ ਸਮਝ ਪੈਣੀ ਹੈ ਦੇਸ਼ ਦੀ ਤੇ ਪ੍ਰਦੇਸ਼ ਦੀ। ਪਰਿਵਾਰਕ ਪਾਰਟੀਆਂ ਖਤਮ ਹੋ ਰਹੀਆਂ, ਚਾਹੇ ਇਸ ਤੋਂ ਪਹਿਲਾਂ ਕਾਂਗਰਸ ਸੀਗੀ, ਚਾਹੇ ਯਾਦਵ ਸਾਹਿਬ ਦਾ ਪਰਿਵਾਰ ਦੇਖ ਲਓ ਯੂਪੀ ਦੇ ਵਿੱਚ, ਚਾਹੇ ਹਰਿਆਣੇ ਦੇ ਵਿੱਚ ਟੱਲਾ ਸਾਹਿਬ ਦਾ ਪਰਿਵਾਰ ਦੇਖ ਲਓ, ਚਾਹੇ ਮਹਾਰਾਸ਼ਟਰ ਚ ਠਾਕਰੇ ਸਾਹਿਬ ਦਾ ਪਰਿਵਾਰ ਦੇਖ ਲਓ। ਲੋਕ ਅੱਜ ਨਵੀਂ ਲੀਡਰਸ਼ਿਪ ਚਾਹੁੰਦੀ ਹੈ, ਨਵੀਂ ਲੀਡਰਸ਼ਿਪ ਪੈਦਾ ਕਰਨ ਦੀ ਜ਼ਰੂਰਤ ਹੈ। ਜਿਹੜੀ ਸ਼੍ਰੋਮਣੀ ਅਕਾਲੀ ਦਲ ਗੋਸ਼ਾ ਜੀ ਤੁਸੀਂ ਗੱਲ ਗੋਲਮੋਲ ਕਰਦੇ ਪਏ। ਗੋਸ਼ਾ ਜੀ, ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਉਸ ਗਲਬੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੁਡਵਾਉਣਾ ਚਾਹੀਦਾ? ਤੁਸੀਂ ਪਾਰਟੀ ਚ ਰਹੇ ਹੋ, ਇਸ ਲਈ ਤੁਹਾਨੂੰ ਸਵਾਲ ਕਰ ਰਿਹਾ ਕਿ ਜੇ ਨਾਮ ਬੜਾ ਵੱਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਅਟਲ ਬਿਹਾਰੀ ਵਾਜਪੇਈ ਸਾਹਿਬ, ਨਰਿੰਦਰ ਮੋਦੀ ਜੀ, ਇਹੋ ਜਿਹੇ ਲੇਜੈਂਡ ਬੜੇ ਵੱਡੇ ਕਰੈਕਟਰ ਹੈਗੇ ਆ। ਪਰ ਮੈਂ ਸਮਝਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਚਿੰਤਾ ਕਰਨੀ ਚਾਹੀਦੀ ਹੈ।
ਜਦੋਂ ਬਾਗੀ ਸੁਰਾਂ ਨਿਕਲੀਆਂ ਸ਼ੁਰੂ ਹੋਈਆਂ ਸੰਭਾਲਣਾ ਤਾਂ ਗੋਸ਼ਾ ਜੀ ਮੇਰਾ ਸਵਾਲ ਬੜਾ ਸਿੱਧਾ ਹੁੰਦਾ ਗੋਸ਼ਾ ਜੀ ਤੁਸੀਂ ਫਿਰ ਗੋਲ ਘੁੰਮਦੇ ਪਏ ਹੋ ਗੋਸ਼ਾ ਜੀ ਸੁਣ ਲਓ ਨਾ ਗੋਸ਼ਾ ਸੁਣ ਲਓ ਗੋਸ਼ਾ ਜੀ ਸੁਣ ਲਓ ਸਰ ਗੋਸ਼ਾ ਜੀ ਸੁਣ ਲਓ ਮੇਰਾ ਸਵਾਲ ਬੜਾ ਸਿੱਧਾ ਹੁੰਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਕੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਪਾਰ ਹੋ ਸਕਦਾ ਜਾਂ ਨਹੀਂ ਮਿਸਟਰ ਗੋਸ਼ਾ ਦੇਖੋ ਮੈਂ ਇਹਦੇ ਵਿੱਚ ਮੈਂ ਆਪਣੀ ਰਾਏ ਨਹੀਂ ਰੱਖ ਸਕਦਾ ਇਹ ਆਪਣਾ ਉਹਨਾਂ ਦਾ ਫਿਰ ਕਹਿ ਰਿਹਾ ਚਲੋ ਮੈਂ ਇੱਕ ਹੋਰ ਸਵਾਲ ਕਰਦਾ ਮਿਸਟਰ ਗੋਸ਼ਾ ਇੱਕ ਹੋਰ ਸਵਾਲ ਕਰਦਾ ਮਿਸਟਰ ਗੋਸ਼ਾ ਇੱਕ ਹੋਰ ਸਵਾਲ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਦੀ ਜ਼ਰੂਰਤ ਹੈਗੀ ਉਹਨਾਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ ਮਿਸਟਰ ਗੋਸ਼ਾ ਦੇਖੋ ਮੈਂ ਇਹ ਗੱਲ ਕਹਿ ਦਿੰਦਾ ਕਿਤੇ ਨਾ ਕਿਤੇ ਇਹਨਾਂ ਦੀ ਕਮਜ਼ੋਰੀ ਰਹੀ ਹੈ ਜਿਹੜੀ ਨਵੀਂ ਲੀਡਰਸ਼ਿਪ ਪੈਦਾ ਨਹੀਂ ਕਰ ਪਾਏ ਚਲੋ ਗੋਸ਼ਾ ਜੀ ਇੱਕ ਹੋਰ ਸਵਾਲ ਕਰਦਾ ਗੋਸ਼ਾ ਜੀ ਇੱਕ ਹੋਰ ਸਵਾਲ ਕਰ ਗੋਸ਼ਾ ਜੀ ਇੱਕ ਹੋਰ ਸਵਾਲ ਕਰਦਾ ਗੋਸ਼ਾ ਜੀ ਇੱਕ ਹੋਰ ਸਵਾਲ ਗੋਸ਼ਾ ਜੀ ਇੱਕ ਹੋਰ ਸਵਾਲ ਕਰਦਾ ਗੋਸ਼ਾ ਜੀ ਇੱਕ ਹੋਰ ਸਵਾਲ ਕਰਦਾ ਜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਪਾਸੇ ਹੁੰਦੀ ਹੈ ਤਾਂ ਦਿੱਲੀ ਨਾਲ ਗੱਲਬਾਤ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਬਾਦਲ ਦੇ ਹੁੰਦਿਆਂ ਹੋ ਸਕਦੀ ਹੈ ਮਿਸਟਰ ਗੋਸ਼ਾ ਦੇਖੋ ਪਹਿਲੀ ਗੱਲ ਤਾਂ ਕੇਪੀ ਸਾਹਿਬ ਇਹ ਸਮਝਣਾ ਪਊਗਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕਿਸੇ ਸਾਰੇ ਦੀ ਅੱਜ ਦੀ ਜ਼ਰੂਰਤ ਨਹੀਂ ਹੈ ਜੇ ਇੱਥੇ ਸ਼੍ਰੋਮਣੀ ਅਕਾਲੀ ਦਲ ਗੁਜਰਾਤ ਦਿੱਲੀ ਦੀ ਗੱਲ ਕਰ ਰਿਹਾ ਹਾਂ ਗੋਸ਼ਾ ਸਾਹਿਬ ਦਿੱਲੀ ਗੋਸ਼ਾ ਸਾਹਿਬ ਦਿੱਲੀ ਨਾਲ ਗੱਲ ਕਰ ਰਿਹਾ ਮੈਂ ਦਿੱਲੀ ਨਾਲ ਸਾਂਝ ਸੁਖਬੀਰ ਸਿੰਘ ਬਾਦਲ ਦੀ ਹੀ ਪੈ ਸਕਦੀ ਹੈ ਬਾਦਲ ਪਰਿਵਾਰ ਦੀ ਹੋ ਸਕਦੀ ਹੈ ਹੋਰ ਕਿਸੇ ਲੀਡਰ ਕੋਲ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਦਿੱਲੀ ਨਾਲ ਗੱਲ ਕਰ ਸਕੇ ਮਿਸਟਰ ਗੋਸ਼ਾ ਦੇਖੋ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸੋਚਣ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆਪਣੀ ਅਡੋਲਜੀ ਹੈ ਆਪਣੀ ਅਡੋਲਜੀ ਦੇ ਕੰਮ ਕਰ ਰਿਹਾ ਠੀਕ ਹੈ ਗੋਸ਼ਾ ਜੀ ਠੀਕ ਹੈ ਗੋਸ਼ਾ ਜੀ ਠੀਕ ਹੈ ਮਿਸਟਰ ਮਾਲੀ ਬਹੁਤ ਸੰਖੇਪ ਜਵਾਬ ਦਿਓ ਉਸ ਤੋਂ ਬਾਅਦ ਮੈਂ ਲਾਸਟ ਪੁਆਇੰਟ ਤੇ ਲਊਂਗਾ ਮਿਸਟਰ ਮਾਲੀ ਇਉਂ ਲੱਗਦਾ ਹੈ ਕਿ ਬੀਜੇਪੀ ਇਸ ਵਕਤ ਮਿਸਟਰ ਬਾਦਲ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਹੈਗੀ ਮਿਸਟਰ ਮਾਲੀ ਦੇਖੋ ਜੀ ਸਿਆਸੀ ਲੀਡਰਸ਼ਿਪ ਦਾ ਆਪਸ ਦੇ ਵਿੱਚ ਬੜਾ ਗੂੜਾ ਰਿਸ਼ਤਾ ਹੁੰਦਾ ਇਹ ਜਿਹੜਾ 1997 ਵਿੱਚ ਅਕਾਲੀ ਦਲ ਦੇ ਸਦੱਸਿਆਂ ਨੂੰ ਸਟੈਂਡ ਨੂੰ ਅਲੱਗ ਕੇ ਬਿਨਾਂ ਸ਼ਰਤ ਹਮਾਇਤ ਭਾਜਪਾ ਤੇ ਪੂਰੇ 30 ਸਾਲ ਜਿਵੇਂ ਟਰੱਕ ਮਾਰਕਾ ਟਰਾਲੀ ਹੁੰਦਾ ਅੰਡਰਸਟ ਪਾਰਟ ਹੁੰਦਾ ਉਸ ਤਰ੍ਹਾਂ ਇਹਨਾਂ ਨੇ ਕੰਮ ਕੀਤਾ ਜੰਮੂ ਕਸ਼ਮੀਰ ਅਨੰਦਪੁਰ ਦੇ ਸਾਥ ਮਤੇ ਲਈ ਕਰਨ ਵਾਲੀ ਪਾਰਟੀ ਜੰਮੂ ਕਸ਼ਮੀਰ ਦੀ ਧਾਰਾ 370 ਖਤਮ ਕਰਨ ਦੀ ਉਹ ਰਾਜ ਦੀ ਮਟਾਉਣ ਤੇ ਜਦੋਂ ਨੇ ਪ੍ਰਵਾਸੀ ਉਹਦੀ ਇਹਨਾਂ ਦੀ ਧਾਰਨ ਦੀ ਅਰਥੀ ਚ ਰੱਖ ਦਿੱਤਾ ਸਿਰਫ ਬਦਲ ਨਾਲ ਮਾਤਾ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ 3 ਸਾਲਾਂ ਪੰਜਾਬ ਨੂੰ ਬੇਪਾਰ ਦਿੱਤਾ ਸਾਰਿਆਂ ਨੇ ਮਾਰ ਇਕੱਠੇ ਕੀਤੇ ਨੇ ਜਿਹੜਾ ਕਹਿੰਦੇ ਨਾ ਪਾਤਾ ਹੋਵੇ ਨਾ ਹੋਇਆ ਸਾਥ ਨਾ ਜਾਏ ਉਹ ਰਾਹ ਤੇ ਤੁਰਿਆ ਉਸ ਰਾਹ ਨੂੰ बहुत दिक्कत आ रही ऑडियो च बहुत दिक्कत आ रही मिस्टर माली बहुत ऑडियो च ब्रेक आ रही है मैं वापस आ रहा हूं मिस्टर माली मैं वापस आ रहा तो ऑडियो च बहुत ब्रेक आ रही है नरेंद्र संधू ਇਉਂ ਲੱਗਦਾ ਪਿਆ ਕਿ ਅਕਾਲੀ ਦਲ ਦੇ ਕੋਲੇ ਹੋਰ ਕੋਈ ਲੀਡਰ ਨਹੀਂ ਹੈਗਾ ਜਿਹੜਾ ਅਕਾਲੀ ਦਲ ਦੀ ਕਮਾਨ ਸਾਂਭ ਸਕੇ ਮਿਸਟਰ ਸੰਧੂ ਮਿਸਟਰ ਬਾਦਲ ਤੋਂ ਇਲਾਵਾ ਦੇਖੋ ਮੈਂ ਫਿਰ ਕਹਿੰਦਾ ਇਹਨਾਂ ਦਾ ਇੰਟਰਨਲ ਮਸਲਾ ਆਪਾਂ ਨੇ ਤੇ ਨਹੀਂ ਬਹਿਸ ਕਰਨੀ ਚਾਹੀਦੀ ਪਰ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਗਾ ਬਹੁਤ ਲੀਡਰ ਹੁੰਦੇ ਨੇ ਗੋਸ਼ਾ ਜੀ ਨੇ ਬਿਲਕੁਲ ਠੀਕ ਕਿਹਾ ਗੋਸ਼ਾ ਜੀ ਬੜੇ ਡਾਇਨਾਮਿਕ ਲੀਡਰ ਸੀ ਇਹਨਾਂ ਦੇ ਅਕਾਲੀ ਦਲ ਦੇ ਨਹੀਂ ਸਾਂਭ ਸਕੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਲੀਡਰਸ ਬੜੇ ਹੁੰਦੇ ਨੇ ਲੀਡਰ ਥੱਲੇ ਹੁੰਦੇ ਨੇ ਦੇਖੋ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਮੈਂ ਸਪੋਕਸਮੈਨ ਆ ਮੇਰੀ ਕੋਈ ਸਿਫਾਰਿਸ਼ ਤੇ ਨਹੀਂ ਸੀ ਮੈਂ ਪਿਛਲੀ ਟਰਮ ਦੇ ਵਿੱਚ ਵੀ ਸਪੋਕਸਮੈਨ ਸੀ ਇਸ ਵਾਰ ਫਿਰ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਬਣਾਏ ਉਹਨਾਂ ਨੇ ਜਥੇਬੰਦੀ ਢਾਂਚਾ ਥੱਲੇ ਸ਼ੁਰੂ ਕੀਤਾ ਅਕਾਲੀ ਦਲ ਨਹੀਂ ਕਰ ਸਕਦੀ ਸਾਡੇ ਉਹਨਾਂ ਨੇ ਬਲਾਕ ਪ੍ਰਧਾਨ ਬਣਾਉਣੇ ਸ਼ੁਰੂ ਕੀਤੇ ਜਨਰਲ ਸਕੱਤਰ ਬਣਾਏ ਵਾਈਸ ਪ੍ਰੈਜ਼ੀਡੈਂਟ ਬਣਾਈ ਅੱਜ ਦੇਖੋ 75 ਜਿਹੜੇ ਅਸੀਂ ਕਿਲੋਮੀਟਰ ਚੱਲਨੇ ਆ ਹਰ ਇੱਕ ਹਲਕੇ ਦੇ ਵਿੱਚ ਚੱਲ ਰਹੇ ਨੇ ਹਰ ਸਾਡਾ ਲੀਡਰ ਜਾ ਰਿਹਾ ਜਦੋਂ ਤੁਸੀਂ ਹਾਰ ਜਾਂਦੇ ਹੋ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਦੇ ਹੋ ਫਿਰ ਤੁਹਾਡਾ ਇੱਕ ਕੰਮ ਹੁੰਦਾ ਵੀ ਜਨਤਾ ਦੇ ਦਿਲਾਂ ਦੇ ਉੱਤੇ ਜਿਹੜੇ ਤੁਸੀਂ ਗਲਤੀਆਂ ਕਰਨੀਆਂ ਉਹਨਾਂ ਨੂੰ ਠੀਕ ਕਰਨਾ ਉਹਨਾਂ ਉੱਤੇ ਰਾਜ ਕਰਨਾ ਕਿਉਂਕਿ ਜਿਹੜੀ ਸਰਕਾਰ ਹੈ ਉਹਦੇ ਤੁਸੀਂ ਰੂਪ ਉਹ ਲੱਭੇ ਉਹਨਾਂ ਨੂੰ ਦੱਸਣੀ ਸਾਡੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਰਾਜਾ ਵੜਿੰਗ ਜੀ ਵਰਗਾ ਡਾਇਨਾਮਿਕ ਲੀਡਰ ਆ ਕੇ ਇੱਕ ਜਥੇਬੰਦੀ ਢਾਂਚਾ ਬਹੁਤ ਤਰੀਕੇ ਨਾਲ ਬਣਾਉਂਦਾ ਹੈ ਦੇਖੋ ਉਹਦੇ ਵਿੱਚ 100 ਕਈ ਨਹੀਂ ਸੈੱਟ ਹੋ ਸਕਦੇ ਪਰ ਬਹੁਤ ਹੱਦ ਤੱਕ ਨਹੀਂ 99.9 ਤਰੀਕੇ ਨਾਲ ਸਾਰੇ ਤਰੀਕੇ ਨਾਲ ਇੱਕ ਕੁਨਬੇ 'ਚ ਰੱਖ ਕੇ ਫਿਰ ਪਾਰਟੀ ਚੱਲਦੀ ਆ ਓਪੋਜੀਸ਼ਨ ਬਹੁਤ ਜ਼ਰੂਰੀ ਚਾਹੀਦੀ ਆ ਮੈਂ ਕਹਿੰਦਾ ਹਾਰ ਵੀ ਜ਼ਰੂਰੀ ਆ ਹਾਰ ਦੇ ਵਿੱਚ ਵੀ ਜਿੱਤ ਜਿੰਨਾ ਚਿਰ ਤੱਕ ਤੁਸੀਂ ਹਾਰਦੇ ਨਹੀਂ ਉਹਨਾਂ ਚਿਰ ਤੱਕ ਤੁਸੀਂ ਜਿੱਤ ਨਹੀਂ ਸਕਦੇ ਪਰ ਜੇ ਅਕਾਲੀ ਦਲ ਨੇ ਪਿਛਲੇ 5 ਸਾਲਾਂ ਦੀ ਹਾਰ ਦਾ ਸਬਕ ਨਹੀਂ ਲਿਆ 10 ਸਾਲ ਹੋ ਗਏ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਹਾਲਾਂਕਿ ਮੈਂ ਕਿਸੇ ਦਾ ਬਹੁਤਾ ਧੁਰ ਵਿਰੋਧੀ ਨਹੀਂ ਪਰ ਮੈਂ ਦਾਅਵੇ ਨਾਲ ਕਹਿਣਾ ਚਾਹੁੰਦਾ ਇਹਨਾਂ ਦੀ ਇੱਕ ਵੀ ਸੀਟ ਨਹੀਂ ਹੋਣੀ ਕਿਉਂ ਇਹ ਆਪਣੇ ਕੁਨਬੇ ਦੇ ਬੋਝ ਥੱਲੇ ਬਾਦਲ ਐਂਡ ਕੰਪਨੀ ਦੇ ਬੋਝ ਥੱਲੇ ਨੱਪਦੇ ਜਾ ਰਹੇ ਨੇ ਔਰ ਇਹਨਾਂ ਕੋਲ ਬੜੇ ਲੀਡਰ ਨੇ ਪਰ ਇਹ ਬਾਕੀ ਲੋਕ ਨਹੀਂ ਆਉਂਦੇ ਠੀਕ ਹੈ
ਮਿਸਟਰ ਸੁਖਦੀਪ ਤੁਸੀਂ ਮੰਥਨ ਕਰਨ ਨੂੰ ਤਿਆਰ ਨਹੀਂ ਹੈਗੇ? ਤੁਸੀਂ ਜਿੱਦ ਚੜੇ ਹੋਏ ਹੋ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦੇਣਗੇ। ਜੇ ਤੁਹਾਨੂੰ ਲੱਗਦਾ ਕਿ ਡੈਲੀਗੇਸ਼ਨ ਜਿਸ ਤਰੀਕੇ ਨਾਲ ਤੁਸੀਂ ਪ੍ਰੋਪਰ ਵੇ ਦੱਸਿਆ, ਅੰਮ੍ਰਿਤਸਰ ਦੇ ਵਿੱਚ ਡੈਲੀਗੇਸ਼ਨ ਹੋਊਗਾ, ਉਹ ਸਾਰਾ ਇਕੱਠ ਹੋਊਗਾ, ਉਸ ਤੋਂ ਬਾਅਦ ਪਾਰਟੀ ਪ੍ਰਧਾਨ ਚੁਣੇ ਜਾਂਦੇ ਆ, ਜੇ ਤੁਸੀਂ ਇਹ ਵੀ ਗੱਲ ਕਰਨੀ ਹੋ ਟਰਨਓਵਰ ਪੂਰੀ ਨਹੀਂ ਹੋਏਗੀ, ਡਰ ਕਿਉਂ ਲੱਗਦਾ? ਜੇ ਇੰਨੀ ਪਾਰਟੀ ਮਜ਼ਬੂਤ ਹੈਗੀ ਹੈ, ਜੋ ਜਥੇਬੰਦਕ ਢਾਂਚਾ ਭੰਗ ਕਰਦੇ, ਉਦੋਂ ਸੁਖਬੀਰ ਸਿੰਘ ਬਾਦਲ ਵੀ ਅਸਤੀਫਾ ਦੇ ਦੇਣ, ਉਦੋਂ ਫਿਰ ਆ ਜਾਣ। ਜੇ ਤੁਹਾਨੂੰ ਲੱਗਦਾ ਕਿ ਪਾਰਟੀ ਇੰਨੀ ਮਜ਼ਬੂਤ ਹੈਗੀ ਹੈ ਮਿਸਟਰ ਸੁਖਦੀਪ? ਦੇਖੋ, ਬਿਲਕੁਲ ਤੁਸੀਂ ਗੱਲ ਜਿਹੜੀ ਠੀਕ ਕੀਤੀ ਹੈ, ਪਾਰਟੀ ਬਹੁਤ ਮਜ਼ਬੂਤ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਘਰ ਘਰ ਜਿਹਦਾ ਵਰਕਰ ਹੈ, ਔਰ ਅਜਿਹੀ ਕੋਈ ਸਥਿਤੀ ਨਹੀਂ ਹੈ ਕਿ ਪਾਰਟੀ ਨੂੰ ਕਿਸੇ ਕਿਸਮ ਦਾ ਡਰ ਹੈ। ਪਾਰਟੀ ਬਹੁਤ ਮਜ਼ਬੂਤ ਹੈ, ਪ੍ਰਧਾਨ ਸਾਹਿਬ ਮਜ਼ਬੂਤ ਨੇ, ਪਾਰਟੀ ਦੀ ਜਥੇਬੰਦੀ ਜਿਹੜੀ ਬੇਸ਼ੱਕ ਭੰਗ ਹੋਈ ਅੱਜ ਦੀ ਤਰੀਕ 'ਚ, ਸਿਰਫ ਵਰਕਿੰਗ ਕਮੇਟੀ ਔਰ ਪ੍ਰਧਾਨ ਸਾਹਿਬ ਜਿਹੜੇ ਉਹ ਕੰਮ ਕਰ ਰਹੇ ਆ। ਔਰ ਜਿਹੜੀ ਅਸਲ ਗੱਲ ਹੈ, ਜਿਹੜੀ ਬਾਰ-ਬਾਰ ਕਰਨ ਦੀ ਲੋੜ ਹੈ, ਦੇਖੋ ਗੱਲ ਇਹ ਹੈ ਵੀ ਅਸੀਂ ਰਿਵਿਊ ਕਰਨ ਲਈ ਹਰ ਗੱਲ ਪਾਰਟੀ ਨੂੰ, ਜਿੱਥੇ ਵੀ ਪਾਰਟੀ ਨੂੰ ਚੰਗਾ ਕੋਈ ਸਮਾਂ ਮਿਲਦਾ ਹੈ, ਕੋਈ ਪਾਰਟੀ ਦੇ ਚੰਗੇ ਲਈ ਗੱਲ ਹੁੰਦੀ ਹੈ, ਅਸੀਂ ਹਰ ਚੀਜ਼ ਰਿਵਿਊ ਕਰਨ ਦੇ ਲਈ ਤਿਆਰ ਹਾਂ। ਉਹ ਚਾਹੇ ਸੁਝਾਅ ਸਾਡੇ ਪਾਰਟੀ ਦੇ ਅੰਦਰ ਹੋਵੇ, ਚਾਹੇ ਬਾਹਰ ਹੋਵੇ। ਸੁਖਦੀਪ ਜੀ, ਇੱਕ ਸੁਝਾਅ ਲੈ ਜਾਓ ਇਸ ਮੰਚ ਤੋਂ। ਜੇ ਤੁਹਾਨੂੰ ਲੱਗਦਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਾਰਾ ਕੰਮ ਹੋ ਰਿਹਾ, ਪ੍ਰਧਾਨ ਸਾਹਿਬ ਉਹ ਫੋਟੋ ਟਵੀਟ ਕਰ ਦੇਣ ਕਿ ਮੈਨੂੰ ਬਹੁਤ ਚੰਗਾ ਲੱਗਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਇਹ ਸਾਰੇ ਲੀਡਰ ਇਕੱਠੇ ਹੋਏ ਆ, ਮੈਂ ਵੈਲਕਮ ਕਰਦਾ, ਪ੍ਰਧਾਨ ਸਾਹਿਬ ਇਹ ਕਰ ਸਕਦੇ ਆ? ਸੁਖਦੀਪ ਸਿੰਘ ਬਿਲਕੁਲ ਕਰ ਸਕਦੇ ਆ ਜੀ, ਕਿਉਂ ਨਹੀਂ ਕਰ ਸਕਦੇ? ਕਦੋਂ ਟਵੀਟ ਕਰਾਉਂਗੇ? ਲਈ ਕੋਈ ਚੰਗੇ ਹੋਵੇ, ਚਾਰ ਬੰਦੇ ਕਦੋਂ ਟਵੀਟ ਕਰਾਉਂਗੇ? ਸਲਾਹ ਕਰਦੇ ਆ ਕੋਈ ਪ੍ਰਧਾਨ ਸਾਹਿਬ, ਉਹਨਾਂ ਨੇ ਬਾਦੂ ਕੋਈ ਗੱਲ ਨਹੀਂ ਕਹੀ। ਦੇਖੋ ਇੱਕ ਗੱਲ ਨੋਟ ਕਰੋ, ਜਿਹੜੀ ਅਖਬਾਰਾਂ 'ਚ ਅੱਜ ਗੱਲ ਛਪੀ ਆ ਜਾਂ ਕੱਲ ਚੈਨਲਾਂ ਤੇ ਚੱਲੀ ਆ ਜਾਂ ਬਾਹਰ ਨਿਕਲੀ ਆ ਕਿ ਕੋਈ ਅਜਿਹੀ ਮੀਟਿੰਗ, ਉੱਥੇ ਇਦਾਂ ਦੀ ਕੋਈ ਗੱਲ ਨਹੀਂ ਹੋਈ। ਜੇ ਉਹ ਇਕੱਠੇ ਹੋ ਕੇ ਗੁਰੂ ਕੇ ਬਾਗ ਦੇ ਜਿਹੜਾ ਸ਼ਤਾਬਦੀ ਸੀਗੀ ਮੋਰਚੇ ਦੀ, ਉੱਥੋਂ ਇਕੱਠੇ ਹੋ ਕੇ ਆ ਕੇ ਰਵੀ ਕਰਨ ਕਾਲੋਂ ਦੇ ਘਰ ਉਹਨਾਂ ਨੇ ਚਾਹ ਪੀਤੀ। ਉੱਥੇ ਗੱਲ ਤਾਂ ਸਿਰਫ ਇੰਨੀ ਹੋਈ ਆ ਵੀ ਕਿ ਪਾਰਟੀ ਦੀ ਬਿਹਤਰੀ ਲਈ ਜੇ ਕੋਈ ਗੱਲ ਹੈਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਇੱਕ ਹੋਰ ਕਰਾਂਗੇ। ਸਵਾਗਤ ਹੈ ਉਹਨਾਂ ਦੀ ਗੱਲ ਕਰਨੀ ਚਾਹੁੰਦੇ ਆ, ਸਾਰੇ ਸਤਿਕਾਰਯੋਗ ਨੇ। ਸੁਖਦੀਪ ਜੀ ਇੱਕ ਹੋਰ ਅਧਿਕਾਰ ਹੈ ਗੱਲ ਕਰਨ ਦਾ। ਸੁਖਦੀਪ ਜੀ ਇੱਕ ਹੋਰ ਆਪਸ਼ਨ ਦੇ ਦਿੰਦਾ, ਮਨਪ੍ਰੀਤ ਸਿੰਘ ਯਾਲੀ ਨੇ ਫੇਸਬੁੱਕ ਪੋਸਟ ਪਾਈ ਹੈ, ਇਹ ਉਹਨੂੰ ਤੁਸੀਂ ਸ਼ੇਅਰ ਕਰ ਦਿਓ ਪਾਰਟੀ ਪ੍ਰਧਾਨ ਦੇ ਪਲੇਟਫਾਰਮ ਤੋਂ, ਕਰ ਸਕਦੇ ਹੋ? ਕੀ ਪੋਸਟ ਪਾਈ ਹੈ ਜੀ? ਮੈਂ ਪੜ੍ਹੀ ਆਹੀ ਉਹਨਾਂ ਨੇ ਪਾਰਟੀ ਦੀ ਮਜ਼ਬੂਤੀ ਦੀ ਗੱਲ ਕੀਤੀ ਹੈ ਨਾ, ਤੇ ਪ੍ਰਧਾਨ ਸਾਹਿਬ ਦੀ ਗੱਲ ਕਰ ਰਿਹਾ ਪਾਰਟੀ ਨੂੰ ਮਜ਼ਬੂਤੀ ਤੇ ਸ਼ੇਅਰ ਕਰਵਾ ਦਿਓ ਪ੍ਰਧਾਨ ਸਾਹਿਬ ਤੋਂ, ਫਿਰ ਇਹ ਸਾਰੇ ਸਵਾਲ ਮੁੱਕ ਜਾਣ, ਜਿਹੜੇ ਸਵਾਦ ਲੈਂਦੇ ਪਏ ਸਾਰੇ ਸਵਾਦ ਬੰਦ ਹੋ ਜਾਊਗਾ। ਸੁਖਦੀਪ ਜੀ ਦੇਖੋ, ਜੇ ਕੋਈ ਪੋਸਟ ਯਾਲੀ ਸਾਹਿਬ ਨੇ ਪਾਈ ਆ, ਮੈਂ ਬਿਲਕੁਲ ਇਹ ਗੱਲ ਬਾਰ-ਬਾਰ ਕਹਿ ਰਿਹਾ, ਪਾਰਟੀ ਦੀ ਮਜ਼ਬੂਤੀ ਦੇ ਲਈ ਜੇ ਕੋਈ ਯਾਲੀ ਸਾਹਿਬ ਗੱਲ ਕਰਨੀ ਚਾਹੁੰਦੇ ਆ, ਪਾਰਟੀ ਦੇ ਪਲੇਟਫਾਰਮ ਤੇ ਗੱਲ ਕਰਨੀ ਚਾਹੁੰਦੇ, ਉਹਨਾਂ ਦੇ ਕੋਈ ਸਾਥੀ ਹੋਰ ਵੀ ਗੱਲ ਕਰਨੀ ਚਾਹੁੰਦੇ, ਕੋਈ ਵੀ ਕੱਲਾ ਯਾਲੀ ਸਾਹਿਬ ਨਹੀਂ, ਪਾਰਟੀ ਦੀ ਮਜ਼ਬੂਤੀ ਲਈ ਕੋਈ ਸਾਨੂੰ ਬਾਹਰੋਂ ਵੀ ਸੁਝਾਅ ਆਉਂਦਾ, ਅਸੀਂ ਬਿਲਕੁਲ ਮੰਨਣ ਲਈ ਤਿਆਰ ਹਾਂ। ਸਮਝ ਆ ਪਰ ਗਿਆ ਉਹ ਯੂਨੈਨਿਮਸ ਤਰੀਕੇ ਦੇ ਨਾਲ ਜਿਹੜੀ ਬਹੁਤ ਸੰਮਤੀ ਹੋਏਗੀ ਉਹ ਪਾਸ ਕਰੇਗੀ। ਸੁਖਦੀਪ ਜੀ, ਮੈਨੂੰ ਤੁਹਾਡੇ ਜਵਾਬ ਤੋਂ ਸਮਝ ਆਇਆ ਕਿ ਇਸ ਵਕਤ ਚੱਕਰ ਵਿੱਚ ਫਸਿਆ ਹੈ ਅਕਾਲੀ ਦਲ, ਹੁਣ ਸਮਝ ਨਹੀਂ ਆ ਰਹੀ ਕਰਨਾ ਕੀ ਹੈ, ਇਹੀ ਗੱਲ ਸੁਖਦੀਪ ਜੀ? ਕੋਈ ਚੱਕਰ ਵੀ ਨਹੀਂ ਜੀ, ਕੋਈ ਚੱਕਰ ਵੀ ਨਹੀਂ ਹੈ। ਠੀਕ ਹੈ, ਮੈਂ ਡਿਬੇਟ ਸਮਾਪਤ ਕਰ ਰਿਹਾ ਜੀ, ਹੋ ਸਕਦਾ ਫਿਰ ਮੈਨੂੰ ਸਵਾਲ ਕਰਨਾ ਨਹੀਂ ਆ ਰਿਹਾ। ਬਹੁਤ ਧੰਨਵਾਦ ਸੁਖਦੀਪ ਜੀ ਤੁਹਾਡਾ। ਨਰਿੰਦਰ ਸੰਧੂ ਤੁਹਾਡਾ ਬਹੁਤ ਧੰਨਵਾਦ। ਮਿਸਟਰ ਗੋਸ਼ਾ ਤੁਹਾਡਾ ਬਹੁਤ ਧੰਨਵਾਦ। ਮਾਲੀ ਸਾਹਿਬ ਅਖੀਰ ਦੇ ਵਿੱਚ ਤੁਸੀਂ ਨਹੀਂ ਜੁੜ ਪਾਏ, ਤੁਹਾਡਾ ਵੀ ਬਹੁਤ ਧੰਨਵਾਦ। ਕਿਹੜੇ ਚੱਕਰ ਵਿੱਚ ਫਸਿਆ ਅਕਾਲੀ ਦਲ? ਇੱਕ ਤਸਵੀਰ ਜਿਹੜੀ ਪਾਈ ਗਈ ਆ, ਜਿਹੜੇ ਲੀਡਰ ਇਕੱਠੇ ਹੋਏ ਆ, ਇਹ ਪਤਾ ਨਹੀਂ ਕਿਹੜਾ ਚੱਕਰ ਹੋਇਆ। ਅਕਾਲੀ ਦਲ ਬਿਹਤਰ ਤਰੀਕੇ ਨਾਲ ਦੱਸ ਸਕਦਾ, ਅਕਾਲੀ ਦਲ ਜਿੰਨੇ ਜਵਾਬ ਦੇ ਸਕਦਾ ਉਹ ਦੇ ਰਿਹਾ ਹੈਗਾ। ਅਕਾਲੀ ਦਲ ਦੇ ਮਜ਼ਬੂਤੀ ਲਈ ਕੰਮ ਕਰ ਰਹੇ ਲੋਕ ਜਾਂ ਅਕਾਲੀ ਦਲ ਨੂੰ ਮਜਬੂਰੀ 'ਚ ਫਸਾ ਦਿੱਤਾ? ਬਹੁਤ ਸਾਰੇ ਸਵਾਲ, ਤੇ ਸਵਾਲ ਅੱਗੇ ਵੀ ਹੁੰਦੇ ਰਹਿਣਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਘਮਸਾਨ ਤੇਜ਼ ਹੁੰਦਾ ਜਾ ਰਿਹਾ। ਬਹੁਤ ਧੰਨਵਾਦ।